ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੂਜੀ ਛੋੜ ਕੁਵਾਟੜੀ, ਇਕਸ ਸੌ ਚਿਤ ਲਾਇ। ਦੂਜੈ ਭਾਵੀ ਨਾਨਕਾ, ਵਾਹਣ ਲੁੜੰਦੜੀ ਜਾਇ। ਦੂਜੀ ਛੋੜ ਕੁਵਾਟੜੀ, ਇਕਸ ਸੌ ਚਿਤ ਲਾਇ। ਦੂਜੈ ਭਾਵੀ ਨਾਨਕਾ, ਵਾਹਣ ਲੁੜੰਦੜੀ ਜਾਇ। ਤੇ ਹਟੜੇ ਬਾਜ਼ਾਰ, ਸੌਦਾ ਕਰਨ ਵਣਜਾਰਿਆ। ਸੱਚ ਵਖਰ ਜਿਨੀ ਲੱਦਿਆ, ਸੇ ਸਚੜੇ ਪਾਸਾਰ। ਤੇ ਹਟੜੇ ਬਾਜ਼ਾਰ, ਸੌਦਾ ਕਰਨ ਵਣਜਾਰਿਆ। ਸੱਚ ਵਖਰ ਜਿਨੀ ਲੱਦਿਆ, ਸੇ ਸਚੜੇ ਪਾਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ 'ਚ ਵਿਸ਼ੇਸ਼ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਦੇ ਲੜੀਵਾਰ ਸ਼ਲੋਕ ਜੋ ਆਪ ਜੀ ਰੋਜ਼ ਸੰਧਿਆ ਦੇ ਦੀਵਾਨ ਵੀ ਸਰਵਣ ਕਰਦੇ ਹੋ। ਅੱਜ 16ਵਾਂ ਔਰ 17ਵਾਂ ਜੋ ਸ਼ਲੋਕ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਨ, ਆਪ ਅੰਦਰ ਦਾ ਟਿਕਾ ਇਕਾਗਰਤਾ ਦੀ ਦਾਤ ਬਖਸ਼ਣ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਸਮੂਹ ਸੰਗਤ ਕੋਈ ਵੀ ਵਿਰਵੀ ਨਾ ਰੱਖੇ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਪਹਿਲਾ ਉਪਦੇਸ਼ ਇਹ ਦ੍ਰਿੜ ਕੀਤਾ ਹੈ, ਦੂਜੀ ਛੋੜ ਕੁਵਾਟੜੀ, ਇਕਸ ਸੌ ਚਿਤ ਲਾਏ। ਦੂਜੀ ਛੋੜ ਕੁਵਾਟੜੀ ਦਾ ਭਾਵ, ਇੱਥੇ ਸ਼ਬਦ ਵਾਟੜੀ ਤੋਂ ਪਹਿਲਾਂ
ਕੂ ਸ਼ਬਦ ਵਰਤਿਆ ਕੁਵਾਟੜੀ। ਵਾਟ ਦਾ ਲਫ਼ਜ਼ੀ ਅਰਥ ਵੈਸੇ ਪੈਂਡਾ ਵੀ ਹੁੰਦਾ, ਸਫ਼ਰ ਵੀ ਹੁੰਦਾ। ਇੱਥੇ ਵਾਟ ਦਾ ਲਫ਼ਜ਼ੀ ਅਰਥ ਅਸੀਂ ਪੈਂਡੇ ਦੀ ਬਜਾਏ ਸੜਕ ਜਾਂ ਰਸਤਾ ਕਰ ਲਈਏ। ਜਾਂ ਇੱਕ ਸ਼ਬਦ ਹੋਰ ਵਰਤਿਆ ਜਾਂਦਾ ਪਗਡੰਡੀ। ਦੂਜੀ ਛੋੜ ਕੁਵਾਟੜੀ, ਉਸ ਦੂਜੀ ਕੋਝੀ ਰਾਹ ਨੂੰ ਛੱਡ ਦੇ। ਰਾਹ ਸ਼ਬਦ ਹੋਰ ਸੌਖਾ ਹੈ। ਕੁਵਾਟੜੀ ਦਾ ਅਰਥ ਹੈ ਕੋਝੇ, ਕੋਝਾ ਰਾਹ, ਪਗਡੰਡੀ। ਉਸ ਦੂਜੇ ਰਾਹ ਨੂੰ ਤੂੰ ਤਿਆਗ ਦੇ। ਦੂਜੀ ਛੋੜ ਕੁਵਾਟੜੀ, ਦੂਸਰੀ ਕੋਝੀ ਰਾਹ ਨੂੰ, ਕੋਝੀ ਪਗਡੰਡੀ ਨੂੰ ਤੂੰ ਛੱਡ ਦੇ। ਇਕਸ ਸੌ ਚਿੱਤ ਲਾਏ। ਇਕਸ ਦਾ ਅਰਥ ਹੈ ਇੱਕ ਓੰਕਾਰ, ਇੱਕ ਪਰਮਾਤਮਾ। ਸੌ ਇਹਦਾ ਅਰਥ ਨਾਲ। ਚਿੱਤ ਲਾਏ, ਤੂੰ ਦੂਜੇ ਕੋਝੇ ਰਸਤੇ ਨੂੰ ਤਿਆਗ ਦੇ ਤੇ ਆਪਣਾ ਚਿੱਤ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਾ ਦੇ। ਅਖਰੀ ਅਰਥ ਪਹਿਲੀ ਤੁਕ ਦੇ ਨੇ। ਮਹਾਰਾਜ, ਜੇ ਅਸੀਂ ਕੋਝੀ ਪਗਡੰਡੀ ਤੇ ਚੱਲਦੇ ਰਹੀਏ ਫਿਰ ਇਨਸਾਨ ਦਾ ਕੀ ਬਣੇਗਾ? ਫਿਰ ਮਹਾਰਾਜ ਕਹਿੰਦੇ ਦੂਜਾ ਭਾਵੀ ਨਾਨਕਾ। ਇਹਦਾ ਮਤਲਬ ਦੂਜਾ ਭਾਵੀ ਦਾ ਅਰਥ ਹੈ ਇੱਕ ਨੂੰ ਛੱਡ ਕੇ ਦੂਜੇ ਦੇ ਪਿਆਰ ਵਿੱਚ। ਦੂਜਾ ਭਾਵੀ ਨਾਨਕਾ ਵਾਹਣ ਲੁੜੰਦੜੀ ਜਾਹੇ। ਵਾਹਣ ਦਾ ਅਰਥ ਆਪਾਂ ਜਾਣਦੇ ਹਾਂ ਪਰਵਾਹ। ਲੁੜੰਦੜੀ ਦਾ ਅਰਥ ਲੁੜਕਣਾ। ਕਹਿੰਦੇ ਨੇ ਜੇ ਇੱਕ ਨੂੰ ਛੱਡ ਕੇ ਦੂਜੀ ਹੀ ਪਗਡੰਡੀ ਤੇ ਚੱਲਦਾ ਰਿਓ, ਇਹ ਪਰਵਾਹ ਇਹੋ ਜਿਹਾ ਹੈ ਕਿ ਸੱਚ ਇਹ ਇਸੇ ਪਰਵਾਹ ਦੇ ਵਿੱਚ ਤੂੰ ਲੁੜਕ ਜਾਏਗਾ। ਇਹਦਾ ਅਰਥ ਸਿੱਧਾ ਵੀ ਦੂਜੇ ਭਾਵ ਵਿੱਚ ਤੂੰ ਵਹਿ ਜਾਏਗਾ, ਤੇਰੇ ਪਤਾ ਹੀ ਨਹੀਂ ਲੱਗਣਾ ਨਾਮੋ ਨਿਸ਼ਾਨ ਤੂੰ ਕਿੱਥੇ ਹੈ। ਦੂਜੀ ਛੋੜ ਕੁਵਾਟੜੀ, ਪਹਿਲਾ ਅੱਖਰੀ ਅਰਥ ਆਪਾਂ ਰੋਜ਼ ਕਰਨੇ ਆ। ਇੱਕ ਸਿਓ ਚਿਤ ਲਾਏ, ਦੂਜਾ ਭਾਵੀ ਨਾਨਕਾ ਵਾਹਣ ਲੁੜੰਦੜੀ ਜਾਹੇ। ਉਸ ਦਿਨ ਆਪਾਂ ਲੁੜੰਦੜੀ ਪਾਠ ਕੀਤਾ ਸੀ। ਅੱਜ ਸ਼ਬਦ ਹੈ ਲੁੜੰਦੜੀ। ਅਗਲਾ ਬਚਨ ਹੈ ਜੀ ਤੇ ਹਟੜੇ ਬਾਜ਼ਾਰ। ਇਹ ਸ਼ਬਦ ਮਹਾਰਾਜ ਜੀ ਨੇ ਵਰਤਿਆ। ਤੇ ਹਟੜੇ ਦਾ ਲਫ਼ਜ਼ੀ ਅਰਥ ਹੈ ਜੀ ਤਿੰਨ। ਹਟੜੇ ਦਾ ਅਰਥ ਵੈਸੇ ਹੈ ਹੱਟੀਆਂ, ਤਿੰਨ ਖੱਟੀਆਂ। ਇਹਦਾ ਕੁਛ ਵਿਦਵਾਨਾਂ ਨੇ ਅਰਥ ਕੀਤਾ ਰਜ ਗੁਣ, ਤਮ ਗੁਣ, ਸਤ ਗੁਣੀ, ਤਿੰਨ ਗੁਣੀ ਮਾਇਆ। ਪਰ ਜਦੋਂ ਅਸੀਂ ਪਾਠ ਕਰਨੇ ਆ, ਬਾਣੀ 'ਚੋਂ ਦੇਖਦੇ ਆ, ਹੱਟ ਦਾ ਅਰਥ ਅਸੀਂ ਦੁਕਾਨ ਕਰਨੇ ਆ। ਅੱਗੇ ਅਸੀਂ ਦੇਖਾਂਗੇ। ਤੇ ਹਟੜੇ ਦਾ ਅਰਥ ਹੈ ਕਿ ਤਿੰਨ ਬਾਜ਼ਾਰ, ਤਿੰਨ ਖੱਟੀਆਂ। ਉਹ ਕਿਹੜੀਆਂ? ਇਹਦਾ ਮਤਲਬ ਕਿ ਤਿੰਨ ਲੋਕ ਅਸੀਂ ਬਾਣੀ 'ਚ ਪੜ੍ਹਨੇ ਹਾਂ। ਇਹਦਾ ਅਰਥ ਸੁਰਗ, ਮੱਛ, ਪਿਆਲੇ, ਤਿੰਨ। ਇਹ ਤਿੰਨ ਨੇ। ਉਂਝ ਵੈਸੇ ਇਹ ਇੱਕ ਬੜੀ ਪੁਰਾਣੀ ਕਿਤਾਬ ਸੀ। ਚਲੋ ਮੈਂ ਰੋਜ਼ ਥੋੜ੍ਹਾ ਥੋੜ੍ਹਾ ਹਵਾਲਾ ਦੇ ਜਾਂਦਾ। ਇੱਕ ਗਿਣਤੀ ਤੋਂ ਲੈ ਕੇ 100 ਤੱਕ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਜਿੰਨੀ ਉਸ ਵਿਦਵਾਨ ਨੂੰ ਸਮਝ ਸੀ ਉਹਨੇ ਲਿਖਿਆ। ਉਸ ਦਾ ਨਾਮ ਸੀ ਗੁਰਬਖਸ਼ ਸਿੰਘ ਕੇਸਰੀ। ਤੇ ਉਸ ਛੋਟੀ ਜਿਹੀ ਕਿਤਾਬ ਸੀ, ਉਹਦਾ ਨਾਮ ਸੀ ਸੰਖਿਆ ਕੋਸ਼। ਹੁਣ ਇੱਥੇ ਜਿਹੜਾ ਤਿੰਨ ਸ਼ਬਦ ਹੈ, ਇਸ ਵਿੱਚ ਤਿੰਨ ਲੋਕ ਵੀ ਆਉਂਦੇ ਨੇ, ਤਿੰਨ ਤਾਪ ਵੀ ਆਉਂਦੇ ਨੇ, ਤਿੰਨ ਗੁਣ ਵੀ ਆਉਂਦੇ ਨੇ, ਤਿੰਨ ਦੇਵਤੇ ਵੀ ਆਉਂਦੇ ਨੇ। ਤਿੰਨ ਸ਼ਬਦ ਦਾ ਬੜਾ ਵਿਸਤਾਰ ਹੈ। ਤਿੰਨ ਕਾਲ ਵੀ ਆਉਂਦੇ ਨੇ। ਇੱਥੇ ਤਿਹਟੜੇ ਦਾ ਸਿੱਧਾ ਅਰਥ ਹੈ ਜੀ ਤਿੰਨ ਬਾਜ਼ਾਰ, ਤਿੰਨ ਲੋਕ, ਸੁਰਗ, ਮੱਛ, ਪਿਆਲੇ। ਇਹਦਾ ਮਤਲਬ ਆ ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ। ਤਿਹਟੜੇ ਬੜਾ ਸੌਖਾ ਰਹੇਗਾ। ਇਸ ਤੋਂ ਅੱਗੇ ਬਾਜ਼ਾਰ, ਇਹਦਾ ਮਤਲਬ ਤਿੰਨ ਤਰ੍ਹਾਂ ਦੇ ਬਾਜ਼ਾਰ, ਸੌਦਾ ਕਰਨ ਵਣਜਾਰਿਆ। ਇਹਦੇ ਸਿੱਧੇ ਅਰਥ ਕਰਾਂਗੇ ਮੁਕੰਮਲ ਸ੍ਰਿਸ਼ਟੀ। ਤਿੰਨ ਤੋਂ ਵੀ ਹੋਰ ਨਗਲ ਕੇ ਜੋ ਕੁਝ ਰੱਬ ਨੇ ਸਾਜਿਆ ਹੈ, ਇਹ ਬਾਜ਼ਾਰ ਹੈ। ਤੇ ਇਸ ਵਿੱਚ ਜਿੰਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ, ਸੱਚਮੁੱਚ ਉਹ ਵਣਜਾਰੇ ਵਪਾਰ ਕਰਨ ਆਏ ਨੇ, ਵਪਾਰੀ ਨੇ। ਮਹਾਰਾਜ ਕਹਿੰਦੇ ਸੱਚ ਵਖਰ ਜਿਨੀ ਲੱਦਿਆ। ਵਖਰ ਦਾ ਅਰਥ ਪੂੰਜੀ ਕਰ ਲਓ, ਵੱਥ ਕਹਿ ਲਓ। ਸੱਚ ਦਾ ਅਰਥ ਹੈ ਸਿਮਰਨ ਵਾਹਿਗੁਰੂ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਰੂਪੀ ਗੱਡੇ ਤੇ ਜਾਂ ਆਪਣੇ ਜੀਵਨ ਵਿੱਚ ਸੱਚੇ ਪਰਮਾਤਮਾ ਦੇ ਨਾਮ ਦੇ ਵਖਰ ਨੂੰ ਲੱਦਿਆ, ਤੇ ਮਹਾਰਾਜ ਕਹਿੰਦੇ ਨੇ
ਸੇ ਸਚੜੇ ਪਾਸਾਰ, ਪਾਸਾਰ ਦਰ ਤੇ ਪਸਾਰਾ, ਪਸਾਰੇ ਕਰਨ ਵਾਲੇ। ਕਹਿੰਦੇ ਸਹੀ ਅਰਥਾਂ ਵਿੱਚ ਉਹਨਾਂ ਦਾ ਪਸਾਰਾ ਬਿਲਕੁਲ ਸੱਚਾ ਹੈ, ਉਦਮ ਚੰਗਾ ਹੈ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਣਜਾਰੇ ਬਣ ਕੇ ਕੇਵਲ ਇੱਕ ਸੱਚੇ ਨਾਮ ਨੂੰ ਵਣਜਿਆ ਹੈ। ਇਹ ਹੈ 2 ਸ਼ਲੋਕਾਂ ਦੇ ਅੱਖਰੀ ਅਰਥ। ਸ਼ੁਰੂਆਤ ਅਸੀਂ ਆਪਾਂ ਕਰਨੇ ਆ ਕਿ ਦੂਜੀ ਛੋੜ ਕੁਵਾਟੜੀ 100 ਚਿਤ ਲਾਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਸ ਦਿਨ ਜਿੱਦਣ ਇਸ ਬਾਣੀ ਦਾ ਪਾਠ ਸ਼ੁਰੂ ਕੀਤਾ, ਅਰਥ ਅਸੀਂ ਇੱਕ ਓਂਕਾਰ ਦੀ ਵਿਚਾਰ ਕੀਤੀ ਸੀ। ਥੋੜ੍ਹਾ ਜਿਹਾ ਅੱਜ ਉਹਨੂੰ ਰਿਪੀਟ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 1 ਤੇ 2 ਦਾ ਬੜਾ ਜ਼ਿਕਰ ਆਇਆ ਹੈ। ਹਜ਼ੂਰ ਨੇ ਤੇ ਸ਼ਬਦ ਵਰਤਿਆ ਕਿ ਆਪਣਾ ਚਿੱਤ ਇੱਕ ਪਰਮਾਤਮਾ ਨਾਲ, ਇੱਕ ਵਾਹਿਗੁਰੂ ਨਾਲ ਲਾ। ਤੇ ਦੂਜੀ ਛੋੜ ਕੁਵਾਟੜੀ ਦਾ ਅਰਥ ਹੈ ਉਸ ਕੋਝੀ ਪਗਡੰਡੀ ਨੂੰ ਛੱਡ ਦੇ ਜਿਹੜੀ ਇੱਕ ਤੋਂ ਤੈਨੂੰ ਦੂਰ ਲੈ ਕੇ ਜਾਂਦੀ ਹੈ, ਇੱਕ ਤੋਂ ਜੋ ਦੂਰ ਲਿਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਾਸ ਨੇ ਉਸ ਦਿਨ ਬੇਨਤੀ ਕੀਤੀ ਸੀ ਜੀ ਕਿ ਸਤਿਗੁਰੂ ਨੇ ਸਭ ਤੋਂ ਪਹਿਲੀ ਜਿਹੜੀ ਬਖਸ਼ਿਸ਼ ਕੀਤੀ, ਤੇ ਮੇਰਾ ਖਿਆਲ ਦਾਵਾ ਗੁਰੂ ਤੇ ਭਰੋਸਾ ਕਰਕੇ ਕਹਿਣਾ ਕਿ ਸਿਰਫ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਜਿਨ੍ਹਾਂ ਨੇ ਓਂਕਾਰ ਤੋਂ ਪਹਿਲਾਂ ਇੱਕ ਹਿੰਦਸੇ ਨੂੰ ਲਾ ਕੇ ਇਸ ਵਿੱਚ ਇਸ਼ਾਰਾ ਕਰ ਦਿੱਤਾ ਕਿ ਇਸ ਗ੍ਰੰਥ ਦਾ, ਇਸ ਬਾਣੀ ਦਾ ਜਾਂ ਮੇਰਾ ਧਰਤੀ ਤੇ ਆ ਕੇ ਉਪਦੇਸ਼ ਦੇਣ ਦਾ ਮਕਸਦ ਕੀ ਹੈ। ਉਸ ਦਿਨ ਕਿਹਾ ਸੀ ਇੱਕ ਸ਼ਬਦ ਅੰਕਾਂ ਵਿੱਚ ਆਇਆ। ਆਪ ਜਦੋਂ ਪਾਠ ਕਰਦੇ ਹੋ ਓਂਕਾਰ ਤੋਂ ਪਹਿਲਾਂ ਇੱਕ ਹਜ਼ੂਰ ਨੇ ਦਰਜ ਕੀਤਾ ਹੈ। ਉਸ ਦਾ ਇੱਕ ਕਾਰਨ ਸੀ। ਓਂਕਾਰ ਸ਼ਬਦ ਅਸੀਂ ਵੀ ਬੋਲਨੇ ਹਾਂ, ਓਂਕਾਰ ਸ਼ਬਦ ਹਿੰਦੂ ਵੀ ਬੋਲਦੇ ਆ, ਓਂਕਾਰ ਸ਼ਬਦ ਇਸ ਦੀ ਵਰਤੋਂ ਜੈਨੀ ਵੀ ਕਰਦੇ ਆ। ਪਰ ਜਦੋਂ ਸਾਡੇ ਘਰ 'ਚ ਓਂਕਾਰ ਦੀ ਗੱਲ ਚੱਲਦੀ ਹੈ ਤੇ ਇਸ ਵਿੱਚ ਸਭ ਤੋਂ ਪਹਿਲਾਂ ਬਾਣੀ ਵਿੱਚ ਓਂਕਾਰ ਵੀ ਆਉਂਦਾ ਹੈ, ਪਰ ਮੰਗਲ ਵਿੱਚ ਗੁਰੂ ਜੀ ਸੈਂਕੜੇ ਵਾਰੀ ਓਂਕਾਰ ਤੋਂ ਪਹਿਲਾਂ ਕਿਰਪਾ ਕਰਕੇ ਇੱਕ ਲਿਖਦੇ ਆ, ਪਰ ਉਸ ਇੱਕ ਨੂੰ ਅੱਖਰਾਂ 'ਚ ਨਹੀਂ ਲਿਖਦੇ। ਥੋੜ੍ਹਾ ਜਿਹਾ ਇਸ ਨੂੰ ਧਿਆਨ ਨਾਲ ਬੇਨਤੀ ਨੂੰ ਸੁਣਿਓ, ਕਿਉਂਕਿ ਮੇਰਾ ਖਿਆਲ ਸਾਰੇ ਜਿੰਨੇ ਵੀ ਇੱਕ ਓਂਕਾਰ ਦੇ ਸਟਿੱਕਰ ਵੀ ਬੜੇ ਮਿਲਣਗੇ, ਇੱਕ ਓਂਕਾਰ ਲਿਖਣਗੇ ਬੜੀ ਛੇਤੀ, ਪਰ ਓਂਕਾਰ ਤੋਂ ਪਹਿਲਾਂ ਇੱਕ ਜਿਹੜਾ ਹੈ ਉਹ ਈੜੀ ਨੂੰ ਸਿਹਾਰੀ ਤੇ ਕੱਕਾ ਨਹੀਂ ਦਰਜ ਕੀਤਾ ਗਿਆ। ਅਸੀਂ ਪਾਠ ਇੱਕ ਕਰਨੇ ਆ, ਪਰ ਇੱਥੇ ਪਹਿਲਾ ਓਂਕਾਰ ਨਹੀਂ ਬੋਲਦੇ। ਹਾਲਾਂ ਤੁਸੀਂ ਮਹੱਲਾ ਪੜ੍ਹੋਗੇ, ਉੱਥੇ ਕਦੀ ਨਹੀਂ ਪੜਾਂਗੇ ਸ੍ਰੀ ਰਾਗ ਮਹੱਲਾ 1, ਉੱਥੇ ਪੜਾਂਗੇ ਸ੍ਰੀ ਰਾਗ ਮਹੱਲਾ ਪਹਿਲਾ। ਉੱਥੇ ਗੁਰਦੇਵ ਨੇ ਪਹਿਲਾ ਅੱਖਰਾਂ ਵਿੱਚ ਵੀ ਲਿਖ ਦਿੱਤਾ, ਪਰ ਅਸੀਂ ਇੱਥੇ ਕਦੀ ਨਹੀਂ ਪੜ੍ਹਦੇ ਪਹਿਲਾ ਓਂਕਾਰ। ਹਾਲਾਂ ਮਹੱਲਾ ਪਹਿਲਾ ਵੀ ਇੱਕ ਇਹੋ ਜਿਹਾ ਪਿਆ, ਤੇ ਇੱਥੇ ਜਦੋਂ ਅਸੀਂ ਪੜ੍ਹਨੇ ਆ, ਇੱਥੇ ਪਹਿਲੇ ਦੀ ਥਾਂ ਅਸੀਂ ਅਸਲ 'ਚ ਉਚਾਰਨ ਕਰਨੇ ਆ ਇੱਕ। ਹੁਣ ਇੱਕ ਜਿਹੜਾ ਹੈ ਇਸ ਨੂੰ ਗੁਰਦੇਵ ਨੇ ਕਿਉਂ ਦਰਜ ਕੀਤਾ? ਸਮੇਂ ਦੇ ਨਾਲ ਮੈਂ ਉਸ ਦਿਨ ਕਿਹਾ ਸੀ ਓਂਕਾਰ ਦੀ ਵਿਆਖਿਆ ਸਨਾਤਨੀ ਵੀਰਾਂ ਨੇ ਵੀ ਕੀਤੀ, ਓਂਕਾਰ ਦੀ ਵਿਆਖਿਆ ਸਿੱਖ ਵਿਦਵਾਨਾਂ ਨੇ ਵੀ ਬਾ ਕਮਾਲ ਕੀਤੀ, ਪਰ ਇੱਕ ਵਿਲੱਖਣਤਾ ਉਹਨਾਂ ਨੇ ਕਹੀ ਸੀ ਕਿ ਅਸਲ 'ਚ ਜਿਹੜਾ ਸ਼ਬਦ ਓਮ ਹੈ, ਇਸ ਸ਼ਬਦ ਦੀ ਸਾਊਂਡ ਨੂੰ ਸੁਣੋ, ਇਸ ਸ਼ਬਦ ਦੀ ਆਵਾਜ਼ ਨੂੰ ਅਸਲ 'ਚ ਸਨਾਤਨੀ ਕੁਝ ਵਿਦਵਾਨਾਂ ਨੇ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀ। ਜਦੋਂ ਓਮ ਬੋਲਦੇ ਆ ਉਸ ਵਿੱਚ ਐੜਾ, ਊੜਾ ਖੁੱਲਾ ਤੇ ਮੰਮਾ, ਉਹ ਕਹਿੰਦੇ ਇਸ ਤਰ੍ਹਾਂ ਓਮ ਸ਼ਬਦ ਦੀ ਆਵਾਜ਼ ਨਿਕਲਦੀ ਹੈ ਓਮ। ਪਰ ਉਸ 3 ਅੱਖਰਾਂ ਨੂੰ 3 ਦੇਵਤਿਆਂ ਨਾਲ ਜੋੜ ਦਿੱਤਾ ਗਿਆ। ਦੂਜੀ ਛੋੜ ਕੁਵਾਟੜੀ ਕੀ ਹੈ ਇਹ ਵੀ ਆਪਾਂ ਦੇਖਣਾ। ਉਹ 3 ਅੱਖਰ ਸਨ, ਐੜਾ, ਊੜਾ ਤੇ ਮੰਮਾ, ਓਮ। ਉਸ ਦੇ 3 ਦੇਵਤੇ ਬਣਾ ਦਿੱਤੇ, ਬ੍ਰਹਮਾ, ਵਿਸ਼ਨ ਔਰ ਮਹੇਸ਼। ਉਹਨਾਂ ਨੇ ਇਸ ਸਾਊਂਡ ਨੂੰ, ਇਸ ਓਮ ਨੂੰ, ਹਾਲਾਂਕਿ ਇਹ ਨਾਦ ਜਿਹੜਾ ਹੈ ਦਾਸ ਨੇ ਬੇਨਤੀ ਕੀਤੀ ਸੀ ਕਿਸੇ ਦੇਵਤੇ ਨਾਲ ਨਹੀਂ, ਕਿਸੇ ਰਿਸ਼ੀ ਨਾਲ ਨਹੀਂ, ਸੱਚ ਇਹ ਵੇ ਕਿ ਇਹ ਰੱਬ ਦਾ ਆਪਣਾ ਨਾਦ ਹੈ ਜਿਸ ਨੂੰ ਅਨਭਵੀ ਗੁਰਮੁਖਾਂ ਨੇ ਸੁਣਿਆ। ਉਹਨਾਂ ਨੇ ਇਸ ਨਾਦ ਨੂੰ 3 ਹਿੱਸਿਆਂ ਵਿੱਚ ਵੰਡਿਆ। ਮੇਰੇ ਗੁਰੂ ਨੇ ਬਾਣੀ 'ਚ ਸਭ ਤੋਂ ਪਹਿਲੀ ਗੱਲ ਇਹ ਕਹੀ ਕਿ ਇਸ ਬ੍ਰਹਮੀ ਨਾਦ ਨੂੰ, ਇਸ ਰੱਬ ਦੇ ਨਾਦ ਨੂੰ, ਪ੍ਰਭੂ ਦੇ ਨੂੰ ਕਹਿ ਲਓ
क्योंकि साउंड नाद तो बिना तो कुछ भी नहीं जी। आप जी देखो, कोई जमीन का ऐसा खिता नहीं जिथे ओंकार का नाद नहीं, पर जिन्हों ने सुनिया, चलो असी तो व्याख्या करने वाले चखा। तो उस दिन मैं बेनती की सी कि जितना बाहर का रौला मुकदा है उन्ना बंदा सूक्ष्म हुंदा है। जिन्ना बाहर रौला पैंदा उदों कुछ भी नहीं सुनाई दिंदा। आ दिने मैं उत्थों की गल करांगा कि इन्ना शोर शराबा, हॉर्न, गड्डियां, कोई पता नहीं लगता, पर जदों रात नूं सारे टिक जाते हैं, साडे घर दे विचों एक निक्की जी सूई भी किते फर्श उत्ते डिगे तो साडे कन्नां 'च आवाज़ पैंदी है। दिने नहीं, क्योंकि दिने बाहर दा रौला ही इन्ना है कि वो आवाज़ सुनाई नहीं दिंदी। जिन्ना किसी का बाहर का रौला मुकेगा उन्नी सूक्ष्म तो सूक्ष्म आवाज़ सुनेगा। सच है भी जिन्ना किसी के मन का बाहर मुकी विषयां का रौला मुकेगा उन्ना अंदर अंदरों रब नूं सुनेगा, क्योंकि बाहर का रौला सुन नहीं दिंदा। भाई साहब ने एक शब्द वरत्या, गुरदास जी ने कहन लगे कि असल च सुरत संकोचित ही बजर कपाट खोल, नाद बाद पर अनहत लिव लावई। सुरत संकोचित ही, जिन्ना अपनी सुरत नूं इकाग्रता नाल अंतरमुखी करेगा। तो मैं फिर आपनूं कहां, धर्म की दुनिया विच असी अज जिहड़ी साडी अवस्था है, मैं प्रचारक हाँ, मैं आप जी तो गल शुरू करांगा, तुसी आ करो, तुसी आ करियो। पर सच ये वे धर्म दूजे नूं कहण दी थां ते पहलां अपने तो शुरू करदा है, अपने अंदर तो। जिन्ना कुछ बाहर पसारा है वो अंदरूनी तौर पर है जी। हुण उत्थे जिहड़ा भाई साहब ने शब्द वरत्या, सुरत संकोचती बजर कपाट खोल, नाद बाद पर है। जिहड़े बाहर दे तू रौले सुनना है, बाहर दियां आवाज़ां सुनना है, वो सारियां तो मुक्त हो जाएगा। अनहत लिव लावई, तेरी आवाज़ उस अनहत शब्द नाल जुड़ जाएगी जिहड़ा ना साजां दा मुताज है, ना जीव दे गाउण दा मुताज है। सच एवे जिहड़ा इन्हां कन्नां दे सुन दा मुताज भी नहीं, पर वो ताई जे बाहरों आवाज़ संकोचेगा। मैं अर्ज करा, महाराज जी ने बख्शिश की, उन्हें कहा भी हुण इनू अज मैं कुछ बेनतियां करनियां ने बाणी चो। मैनूं पता कई सुनने वाले घरां च जां दूर दूर तक यही कहणगे शरधा चाहिदी है जी, ये एवं जी शरधा चाहिदी है। मैं बिल्कुल इस हक च हां कि शरधा बहुत जरूरी है, पर घट्टो घट ये देखो मैं शरधा बना के किदे ते बैठा हाँ। एक पासे बाबा जी ने शब्द वरत्या कि पूरे गुरु ते ब्लाइंड फेथ चाहिए। आप पढ़ते हो ना ब्लाइंड फेथ, हुण पढ़िया लिखिया ने कह देना जी ये ब्लाइंड फेथ का अर्थ हो गया अंध विश्वास, ये तो अंध विश्वास करते हैं। मैनूं याद है रामकिशन परमहंस, शब्द सुन के आप विचलित नहीं होना। रामकिशन परमहंस, उन्हां दी विवेकानंद नाल गलबात हुई, उन्हां दा नाम नरिंदर सी। विवेकानंद ने ये साइंस के विद्यार्थी सन, स्टूडेंट, उन्होंने एक शब्द कह दिता सी, आप जो बोल रहे हैं, जो कोई तुसीं लोकां नूं कह रहे हो, पढ़े लिखे बंदियां च कहंदा अरे ये तो अंधविश्वास है। हुण वो इन्ने पढ़े नहीं सन परमहंस, इन्हें जो शब्द कहा ये तो अंधविश्वास है, परमहंस ने एको गल कही सी, अरे धर्म तो होता ही अंधविश्वास है, पर अंधे पर विश्वास मत करो। जो ये शब्द क्या, ये ब्लाइंड फेथ नहीं, जो गुर कहे सोई भल मानो। ये कोई तर्क है भी जो गुरु कहन लगा पहला पुछ ली किसी तो मैं मन्ना कि ना। सीधी जी गल, इदू वड्डा ब्लाइंड फेथ की होवेगा कि तेनू पता है गुरु तेरा समर्थ है, जो कुछ गुरु कहंदा है उन्होंने सत बचन करके मान ले। पर दूजा नाल ये भी क्या, गुरु जिन्हां का अंधला सिख भी अंधले कर्म करे। अर्ज है कि उसने क्या भी उन्हें क्या तीन हिस्से ने। गुरु नानक साहब ने सब तो पहला क्या, नहीं ओंकार एक है। फिर सुनियो आप किस ढंग नाल बाणी च देखांगे। आप जपजी साहब का पाठ करते हो, एक पौड़ी दातार दी पढ़ो, जो कुछ मैं हुण तक बोलिया उस पौड़ी च बाबा जी दस देंगे। एका माई जुगत व्याई, जपजी साहब, माया प्रसूत होई। व्याई का अर्थ आनंद करनी, व्याई का अर्थ प्रसूत होना, बच्चों को जन्म देना। याद रखियो कुछ इलाकों में असी कहने भी बच्चे को जन्म दिता। मैनू पता है साढ़े हरियाणे च एक शब्द वरतते सन लोकल, आज हमारी भैंस ब्याही है।
ਵਿਆਹੀ ਦਾ ਮਤਲਬ ਸੂਈ ਹੈ, ਉਹਨੇ ਜਨਮ ਦਿੱਤਾ ਹੈ। ਉਹ ਸ਼ਬਦ ਦਾਤਾਰ ਨੇ ਵਰਤਿਆ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਤਿੰਨ ਪੁੱਤਰ ਪੈਦਾ ਹੋਏ। ਹੁਣ ਇਸ ਗੱਲ ਨੂੰ ਸੁਣੋ ਵੀ ਆਪਾਂ ਕਹਾਂਗੇ ਬਾਬਾ ਜੀ ਉਸ ਫਿਲਾਸਫੀ ਨੂੰ ਮੰਨ ਰਹੇ ਨੇ ਕਿ ਏਕਾ ਮਾਈ ਜੁਗਤ ਵਿਆਹੀ ਮਾਇਆ ਚੋਂ ਤਿੰਨ ਪੁੱਤਰ ਨਿਕਲੇ। ਹਾਲਾਂਕਿ ਤਿੰਨ ਦੇਵਤਿਆਂ ਨੂੰ ਰਜ ਗੁਣ, ਤਮ ਗੁਣ, ਸਤ ਗੁਣ ਨਾਲ ਤੁਲਨਾ ਦਿੱਤੀ ਜਾਂਦੀ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਤਿੰਨ ਪੁੱਤਰ ਪੈਦਾ ਹੋਏ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸੰਸਾਰੀ ਦਾ ਅਰਥ ਜਿਹਨੇ ਸੰਸਾਰ ਦੀ ਉਤਪਤੀ ਕੀਤੀ, ਬ੍ਰਹਮਾ ਜੀ। ਭੰਡਾਰੀ ਜਿਹੜਾ ਪੈਦਾ ਕੀਤੇ ਕੋਈ ਨੂੰ ਭੰਡਾਰਾ ਦੇ ਰਿਹਾ, ਰਿਜ਼ਕ ਦੇ ਰਿਹਾ, ਵਿਸ਼ਨੂੰ ਜੀ। ਇੱਕ ਲਾਏ ਦੀਵਾਨ, ਤੇ ਜਿਹੜੇ ਪੈਦਾ ਕੀਤਾ ਹੋਏ ਜੀਵਾਂ ਦਾ ਸੰਘਾਰ ਕਰਦਾ ਹੈ, ਜਿਹਦੇ ਹੱਥ ਵਿੱਚ ਮੌਤ ਹੈ, ਸ਼ਿਵ ਜੀ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜੇ ਤਾਂ ਇੱਥੋਂ ਤੱਕ ਪੌੜੀ ਦੇ ਅਰਥ ਕਿਤੇ ਨੂੰ ਸੁਣਾਓਗੇ, ਅਗਲੇ ਕਹਿਣਾ ਤਾਂ ਬਾਬਾ ਜੀ ਵੀ ਨਹੀਂ ਮੰਨਿਆ ਜੀ। ਜਿੰਨੇ ਬਾਣੀ ਨਹੀਂ ਪੜ੍ਹੀ ਉਹ ਕਹੇਗਾ ਮਹਾਰਾਜ ਇਹ ਤੇ ਬਾਣੀ 'ਚ ਲਿਖਿਆ ਹੋਇਆ ਕਿ ਤਿੰਨ ਚੇਲੇ ਪ੍ਰਵਾਨ ਤਿੰਨ ਪੁੱਤਰ। ਪਰ ਅੱਗੇ ਬਾਬਾ ਜੀ ਇੱਕ ਹੋਰ ਸ਼ਬਦ ਵਰਤਿਆ, ਜਿਵ ਤਿਸ ਭਾਵੈ। ਇਹ ਤਿਸ ਕੌਣ ਹੈ? ਇਹ ਤਿਸ ਅਸਲ 'ਚ ਉਹ ਪਰਮ ਸੱਚ, ਪਰਮ ਹਸਤੀ, ਅਕਾਲ ਪੁਰਖ ਵਾਹਿਗੁਰੂ ਹੈ। ਮਹਾਰਾਜ ਇਹਨਾਂ ਤਿੰਨਾਂ ਤੋਂ ਉੱਪਰ ਇੱਕ ਉਹ ਹਸਤੀ ਦਾ ਜ਼ਿਕਰ ਕਰਦੇ ਨੇ, ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ। ਕੌਣ ਫਰਮਾਨ ਕਰ ਰਿਹਾ? ਅੱਗੇ ਮਹਾਰਾਜ ਫਿਰ ਇਹਦਾ ਉੱਤਰ ਦਿੰਦੇ ਆ, ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫਰਮਾਨ। ਉਹ ਵੇਖੈ ਇੱਕ ਓੰਕਾਰ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ। ਬਾਬਾ ਜੀ ਕਹਿੰਦੇ ਆ ਆਦੇਸ਼ ਤਿਸੈ ਆਦੇਸ਼। ਕੌਣ ਜੀ? ਇੱਥੇ ਤੁਸੀਂ ਦੇਖੋਗੇ ਸ਼ਬਦ ਕਿਹਦੇ ਲਈ ਵਰਤਿਆ? ਦੇਵਤੇ ਲਈ ਨਹੀਂ। ਆਦੇਸ਼ ਤਿਸੈ ਆਦੇਸ਼। ਕੌਣ? ਆਦ, ਅਨੀਲ, ਅਨਾਦ, ਅਨਾਹਤ। ਆਦ ਜਿਹੜਾ ਸਭ ਦਾ ਹੈ, ਅਨੀਲ ਦਾ ਅਰਥ ਹੈ ਜਿਹੜਾ ਪਵਿੱਤਰ ਹੈ, ਅਨਾਦ ਦਾ ਅਰਥ ਜਿਹਦਾ ਆਪਣਾ ਆਦ ਕੋਈ ਨਹੀਂ ਲੱਭ ਸਕਦਾ, ਜਿਹੜਾ ਇੱਕ ਰਸ ਵਿਆਪਕ ਹੈ, ਉਹ ਸਿਰਫ ਇੱਕ ਓੰਕਾਰ ਹੈ। ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਏਕੋ ਵੇਸ। ਇੱਥੇ ਤ੍ਰੈ ਦੇਵਤਿਆਂ ਦੀ ਮਹਾਰਾਜ ਨੇ ਗੱਲ ਕੀਤੀ। ਮੇਰਾ ਕਿਸੇ ਦੇ ਧਰਮ 'ਚ ਦਖਲ ਦੇਣ ਦੀ ਗੱਲ ਨਹੀਂ, ਪਰ ਜਿਨਨੇ ਸਿੱਖੀ ਦੇ ਦਾਇਰੇ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਹੈ, ਉਹਦੇ ਵਾਸਤੇ ਜ਼ਰੂਰੀ ਹੈ ਉਹ ਚੇਤੇ ਰੱਖੇ ਕਿ ਅਸੀਂ ਪਰਮ ਸੱਤ ਏਕ ਓੰਕਾਰ ਨੂੰ ਮੰਨੇਗਾ, ਉਸ ਪਰਮ ਹਸਤੀ ਨੂੰ ਜਿਸ ਦਾ ਸ਼ਰੀਕ ਕੋਈ ਨਹੀਂ, ਲਾ ਸ਼ਰੀਕ ਹੈ। ਇੱਥੇ ਗੁਰੂ ਸਾਹਿਬ ਨੇ ਕਿਹਾ ਅਸਲ 'ਚ ਤਿੰਨ ਦੇਵਤੇ। ਹਾਲਾਂਕਿ ਬੰਦਾ ਬਹੁਤ ਸਿਆਣ ਚਲਾਕੀ ਕਰਦਾ ਹੈ ਜੀ। ਸਨਮਾਨਯੋਗ ਮਸਕੀਨ ਸਾਹਿਬ ਨੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਸੀ ਜੀ ਆਪਣਾ ਮੱਧ ਪ੍ਰਦੇਸ਼ ਵਿੱਚ। ਦਾਸ ਉੱਥੇ ਗਿਆ ਕਥਾ ਕਰਨ ਲਈ। ਉਹ ਉਸ ਗੁਰਦੁਆਰੇ ਦਾ ਨਾਮ ਹੈ ਓਂਕਾਰੇਸ਼ਵਰ। ਥਾਂ ਨਹੀਂ ਸੀ ਪਹਿਲਾਂ ਉੱਥੇ। ਅਸਲ 'ਚ ਉੱਥੇ ਜਿਹੜੇ 12 ਸ਼ਿਵਲਿੰਗਮ ਨੇ ਹਿੰਦੁਸਤਾਨ 'ਚ, ਉਸ ਵਿੱਚ ਇੱਕ ਸ਼ਿਵਲਿੰਗਮ ਦਾ ਨਾਮ ਹੈ ਓਂਕਾਰੇਸ਼ਵਰ। ਪਹਾੜੀ ਦੇ ਉੱਤੇ ਉਹ ਮੰਦਿਰ ਹੈ ਜੀ। ਰਾਜਾ ਪ੍ਰਬੰਧ ਕਰਦਾ ਉਹਦਾ। ਮੈਂ ਇਸ ਕਰਕੇ ਦੇਖਣ ਗਿਆ ਸਾਂ ਵੀ ਬਾਬਾ ਜੀ ਇੱਥੇ ਆਏ, ਉੱਥੇ ਵੀ ਸਿਰਫ ਪੱਥਰ ਹੈ। ਉੱਥੇ ਫਿਰ ਦਾਤਾਰ ਨੇ ਜਦੋਂ ਪਾਂਡੇ ਇਕੱਠੇ ਹੋਏ, ਜਿਹਨੂੰ ਬਾਣੀ ਨੂੰ ਅਸੀਂ ਓਂਕਾਰ ਕਹਿੰਦੇ ਹਾਂ, ਆਮ ਸੁਭਾਕਨ ਸ਼ਬਦ ਦੱਖਣੀ ਵਰਤਿਆ ਜਾਂਦਾ ਹੈ। ਹਾਲਾਂਕਿ ਦੱਖਣੀ ਦਾ ਸੰਬੰਧ ਜਿਹੜਾ ਉਹ ਰਾਗ ਨਾਲ ਹੈ। ਰਾਮਕਲੀ ਵਡਹੰਸ ਵਿੱਚ ਵੀ ਦੱਖਣੀ ਆਉਂਦਾ ਜੀ, ਗੌੜੀ ਵਿੱਚ ਵੀ ਦੱਖਣੀ ਆਉਂਦਾ ਹੈ। ਗੁਰੂ ਸਾਹਿਬ ਨੇ ਸਾਰੀ ਬਾਣੀ 'ਚ ਇੱਕ ਪਾਸੇ ਅਸੀਂ ਪੜ੍ਹਨੇ ਹਾਂ ਰਾਮਕਲੀ ਮਹੱਲਾ ਤੀਜਾ। ਉਸ ਵਕਤ ਦੋ ਤਰ੍ਹਾਂ ਦੀ ਰਾਮਕਲੀ ਗਾਈ ਜਾਂਦੀ ਸੀ ਜੀ। ਇੱਕ ਸਾਊਥ ਵਿੱਚ ਗਾਈ ਜਾਂਦੀ ਸੀ, ਇੱਕ ਨਾਰਥ ਵਿੱਚ ਗਾਈ ਜਾਂਦੀ ਸੀ। ਜਿਹੜੀ ਨਾਰਥ ਵਿੱਚ ਗਾਈ ਜਾਂਦੀ ਉਹਦੇ ਨਾਲ ਬਿਲਕੁਲ ਲਿਖਿਆ ਕਿ ਇਸ ਨੂੰ ਤੁਸੀਂ ਨਾਰਥ ਵਿੱਚ ਗਾਣਾ, ਜਾਂ ਉੱਥੇ ਸ਼ਬਦ ਵਰਤੇ ਹੈ ਕਿ ਇਸ ਰਾਮਕਲੀ ਦੀਆਂ ਸੁਰਾਂ ਉਹ ਲਾਇਓ ਜਿਹੜੀਆਂ ਦੱਖਣ ਵਿੱਚ ਗਾਈਆਂ ਜਾਂਦੀਆਂ। ਹੁਣ ਉੱਥੇ ਮਹਾਰਾਜ ਜੀ ਨੇ ਸ਼ੁਰੂ ਕੀਤਾ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਏ ਜਿਨ ਚਿਤ, ਓਂਕਾਰ ਸੈਲ ਜੁਗ ਭੈ, ਓਂਕਾਰ ਵੇਦ ਨਿਰਭੈ। ਫਿਰ ਬੇਨਤੀ ਸੁਣੋ, ਉਹ ਕਹਿੰਦੇ ਨੇ ਬ੍ਰਹਮਾ ਨੇ ਸਭ ਕੁਝ ਪੈਦਾ ਕੀਤਾ। ਬਾਬਾ ਜੀ ਕਹਿੰਦੇ ਨੇ ਇੱਕ ਓਂਕਾਰ ਨੂੰ ਪੱਥਰ ਦੀ ਮੂਰਤੀ ਮਤ ਬਣਾਓ। ਮੈਂ ਵੀ ਓਂਕਾਰ ਨੂੰ ਮੰਨਣਾ, ਪਰ ਮੈਂ ਉਸ ਓਂਕਾਰ ਨੂੰ ਮੰਨਣਾ ਜਿਹਨੇ ਬ੍ਰਹਮਾ ਨੂੰ ਵੀ ਪੈਦਾ ਕੀਤਾ ਹੈ। ਓਂਕਾਰ ਬ੍ਰਹਮਾ ਉਤਪਤ, ਜਿਸ ਇੱਕ ਓਂਕਾਰ ਨੇ ਬ੍ਰਹਮਾ ਪੈਦਾ ਕੀਤਾ,
जिसने समा पैदा किया, जिस ओंकार ने सच एवे के ग्रंथ पैदा किए। गुरु साहब ने उत्थे ओंकारेश्वर वाली जगह ते ये अमृत बाणी जिहड़ी है ये उचारण की है। उत्थे मस्कीन साहब जी ने बहुत सोहना स्थान बनाया, गुरुद्वारा साहब बनाया है जी, थोड़ी जगह है। पर एक गल वो बड़ी प्यारी कहते सन, इंदौर भी उन्हें कही, कहते बंदा तो मेरा ख्याल जिसने गल की होवे जिक्र उदो ही करना चाहिए है। पर साडा सुभाव है ना जी, खोज कोई करता स्टैंप अपनी ला देने। उन्हें एक शब्द कहा सी, बंदा इन्ना चलाक है, ये शुरू तो स्वार्थी है। कहते जिहदे नाल आउण वाले समय चोखा वाह पैना है, उहदे नाल ये चंगी बोलचाल रखता है, जिहदे तो काम निकल जाए उन्होंने मिलना भी बंद कर देंदा है। ये बंदे का सुभाव है। जिस नाल वाह पैना उन्होंने मिलेगा भी, तोहफे भी देगा, उन्होंने हाल चाल भी पूछेगा, जिथों काम निकल गया की लेना। वो कहते पूरे हिंदुस्तान विच ब्रह्मा का इक्को मंदिर है। क्यों? क्योंकि ब्रह्मा ने जो पैदा ही कर दिता, हुण इहदे नाल वाह किहड़ा पैना, इहदा काम फतेह हो गया। विष्णु दे मिलणगे, सब तो ज़्यादा मंदिर शिव दे मिलणगे, क्योंकि मौत करके उहदे नाल वाह पैना है। पर खैर अपना जिहड़ा प्रकरण है, गुरु ग्रंथ साहिब की बाणी मुताबक असल च परम सत एक ओंकार वाहिगुरू है, जिन्हों गुरुदेव ने कहा देवाद देव शब्द वरत्या, देवतियां दा भी देवता। मैं अर्ज करांगा जी, गुरु साहब ने सब तो पहला एक लिख के ये गल मुका दी, केवल एक परमात्मा, केवल एक परमात्मा, ते ओ परमात्मा जिस एक वर्गा होर दुनिया ते एक कोई है ही नहीं, सिर्फ एक परमेश्वर। इत्थे महाराज जी ने यह शब्द वरत्या, एक स्यों चितराया सी, इत्थों गल शुरू की। उस तो बाद इस एक विचों ही सारा पसारा है। इनू जदों समझांगे फिर गल बड़ी सौखी समझ पाएगी। एक नू छड्ड के, इउं कह लो करते नू छड्ड के किरत नू पूजोगे ते स्वीकार नहीं, जे करते नू किरत विचों जान के सर्वव्यापक देखोगे ते स्वीकार है। मैं फिर रिपीट कर लगा इस गल नू, करते ने किरत कर दी, उन्हें बना दिता, असी करते नू छड्ड दईए ते किरत की पूजा करिए, चेते रखियो ये दूजा भाव बन जाएगा। इसका मतलब वह शरीक असी बना दिता। जिमें बाणी च एक बचन हुंदा है, कीते को मेरे समान है, आ दूजा भाव है। कीते को यदा अर्थ है जिहड़ी चीज़ कीती गई, जिहड़ी चीज़ बनाई गई, कीते को मेरा समान है। तो मेरे का अर्थ जिहड़ा है मेरा, मैं वाला नहीं, इत्थे मेरा सुमेर पर्वत मेरू, कीता को मेरा समान है। जिहड़ी चीज़ कीती गई उन्हों ते पहाड़ बना दिता, ते जिन्ने कीती करनहार तिन जाने, उन्हीं तिनके जिन्नी कीमत पा दी। ये दूजा भाव है। बनाने वाले बनी चीज़ नूं ते कहता पहाड़, ते जिन्ने बनाई है उहदे लई शब्द वर दिते, नहीं जी यदी की परवाह है, बस यही दूजा भाव है। करन वाले नूं असी तुच्छ जाणीए ते बनी कोई चीज़ नूं पकड़ के कहना सब कुछ है, ते गुरमुखो सच ए जे ये दूजा भाव बन जाता है। एक नूं असी भुला दिता, हुण उस एक विचों सारा पसारा है। इस करके गुरबाणी जिहड़ी है वो एक विचों अनेकता की गल जरूर कर दीए, पर अनेकता विचों तुसीं एक नूं कढ के कहो असीं अनेकता की गल करांगे, उहदी गल बाणी बिल्कुल नहीं करेगी। उस एक विचों सारी अनेकता विचों देखना, जिवें गुरु गोबिंद सिंह जी का बचन असीं पढ़ने, अमान है निदान है अनेक है फिर एक है। उस एक का पसारा है, पर उस एक का शरीक होर कोई नहीं। गुरबाणी अनुसार एक ने सब कुछ अगे रचिया है, जिथे दो आउणगे। चलो इनू थोड़ा जिहा समझण लई मैं एक उदाहरण आप जी नूं सौखी साखी रूप अर्ज कर देना। आउणा मैं इस विषय की एक बहुत ही भावना वाले सिख होए ने गुरु अर्जुन देव जी दे। उन्हां दा नाम सी भाई चूहड़। ये लखनऊ विच रहिंदे सन। मैं भावना वाले सिख शब्द तां वरतिया है, ये अंदरों जागियां हुई रूहां सन। मैं अपनी गल करांगा, साडी तरह नहीं, सचमुच वो अंदरों नाम विच सिमरन विच जागे हुए सन। तो उन्होंने प्रचार किया सतगुरु दे वेले लखनऊ के एक इलाके ते वो कवि भी सन, लिखते सन। उन्हों दियां चार सतरां ने गल समझण लई
कि दूजा भाव की हुंदा है कहानी पर रचना वो सिख दी है। वो कहता एक राजा बहुत नेक सी, भाई साहब लिखते आ, बहुत चंगा, ਉਹਦੇ ਵਿਆਹ ਹੋਇਆਂ ਨੂੰ ਬਹੁਤ ਸਾਲ ਹੋ ਗਏ ਪਰ ਉਹਦੇ ਘਰ ਸੰਤਾਨ ਨਹੀਂ। ਜਿਹੜੇ ਉਹਦੇ ਲੜ ਲੱਗੀ ਰਾਣੀ ਹੈ ਉਹ ਵੀ ਬੇਖੱਦ ਨੇਕ ਬਖਤ ਔਰਤ, ਬਹੁਤ ਚੰਗੀ। ਇੱਕ ਦਿਨ ਉਹਨੇ ਬਾਦਸ਼ਾਹ ਨੂੰ, ਰਾਜੇ ਨੂੰ ਸ਼ਬਦ ਕਿਹਾ, ਕਹਿਣ ਲੱਗੀ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਾ ਰੱਬ ਦੇ ਰੰਗ, ਪਰ ਇੰਨਾ ਪਰਜਾ ਤੁਹਾਨੂੰ ਪਿਆਰ ਕਰਦੀ ਏ, ਮੈਂ ਖੁਦ ਚਾਹੁੰਦੀ ਹਾਂ कि जे तुसी दूजी शादी रच लो, दूजा विआह कर लो, उस कुख चो भाग लग जाए, कल नूं इस प्रजा नूं सुख देण वाला ते राज नूं सांभण वाला कोई आ जाए। पहला राजा नहीं मन्निया, चलो उन्हें आप विच पै के, याद रखियो कहानी दा साखी दा एक पक्ष लैना, आप विच पै के उन्हें राजे दा विआह कर दिता। राणी आई जी, छोटी राणी को दूजी आ गई, ਉਹਨੂੰ ਆਪਣੇ ਹੱਥੀ ਵਿਆਹ ਕੇ ਲਿਆਈ। ਜਦੋਂ ਮਹੱਲ 'ਚ ਆਈ ਉਹਨੇ 2-3 ਦਿਨਾਂ ਤੋਂ ਬਾਅਦ ਕਲੇਸ਼ ਪਾ ਦਿੱਤਾ। ਇੰਨਾ ਕਲੇਸ਼ ਪਾਇਆ ਰਾਜਾ ਦੁਖੀ ਹੋ ਗਿਆ ਤੇ ਕਲੇਸ਼ ਵੀ ਉਹਦੇ ਨਾਲ ਪਾ ਦਿੱਤਾ ਜਿਹੜੀ ਇਹਨੂੰ ਮਹੱਲ ਵਿੱਚ ਲੈ ਕੇ ਆਈ। ਰਾਜੇ ਨੇ ਕਿਹਾ ਵੀ ਦੱਸ ਤੈਨੂੰ ਮੁਸ਼ਕਲ ਕੀ ਹੈ? ਕਹਿਣ ਲੱਗੀ ਮੇਰੀ ਗੱਲ ਮੰਨੋ, ਮੈਂ ਇਸ ਮਹੱਲ ਵਿੱਚ ਤਾਂ ਰਹਾਂਗੀ ਜੇ ਵੱਡੀ ਨੂੰ ਮਹੱਲ ਤੋਂ ਬਾਹਰ ਕੱਢੋਗੇ ਤਾਂ, नहीं तो मैं नहीं रहना। सुनियो दूजा भाव की हुंदा है, मैं तां रहांगी जे इनू बाहर कढोगे। वो एडी सियाणी, उन्हें कहा चलो ठीक, मैं बाहर चली जानी हाँ, कोई गल नहीं। राजे ने उन्होंने दस दिता भी तू चंगा कीता इनू लियांदा, तेनू कढण लगी। उन्हें कहा राजे ने मैनू बिल्कुल कढ दे, कोई परवाह नहीं, पर मैं एक सेवा मंगनी है। छोटी नूं कहंदी है मैनू एक सेवा दे दे, मैं तू मैनू नहीं देखना चाहती, मैं बिल्कुल नहीं तेनू मिलांगी, जिथों तू लंघेंगी मैं राह छड़ देंगी, पर एक काम करी, मैं अपने पति दे कपड़े कदी नौकरां नूं धोण नहीं दिते, मैनू सिर्फ मेरे साईं दे कपड़े धो लैंदे। उन्हें कहा बिल्कुल ठीक, धोंदी रही मैं, तेरे कोल कपड़े पहुँच जाणगे। हुण उन्हें की कीता, एक तां साईं दी याद वसाली, इहदे अर्थ अंतरीव ने, एक साईं दी याद वसाली, दूजी साईं दी निशानी कोल आ गई, ਉਹਦੇ ਕੋਲ ਕੱਪੜੇ ਹੋਣੇ, ਉਹਨੇ ਸਾਰਾ ਦਿਨ ਆਪਣੇ ਪਤੀ ਦੇ ਬਸਤਰ ਧੋਣੇ, ਬਸਤਰਾਂ ਨੂੰ ਸੁਕਾਉਣਾ, ਉਹਨੇ ਬਸਤਰਾਂ ਵਿੱਚੋਂ ਵੀ ਆਪਣੇ ਮਹਿਬੂਬ ਦੀ ਸੱਚਮੁੱਚ ਹਾਜ਼ਰੀ ਨੂੰ ਮਾਣ ਲੈਣਾ। ਛੋਟੀ ਪੁੱਛਦੀ ਗੋਲੀ ਨੂੰ ਵੱਡੀ ਦਾ ਕੀ ਹਾਲ, ਕਈ ਮਹੀਨੇ ਹੋ ਗਏ। ਉਹ ਕਹਿੰਦੀ ਪੁੱਛ ਕੋਈ ਨਾ, ਉਹ ਤਾਂ ਖੁਸ਼ੀ ਬੜੀ, ਉਹਦੇ ਚਿਹਰੇ ਤੇ ਕੋਈ ਮਾਯੂਸੀ ਨਹੀਂ, ਕੋਈ ਘਬਰਾਹਟ ਨਹੀਂ, ਕੋਈ ਚਿੰਤਾ ਨਹੀਂ, ਕੋਈ ਉਲਾਮਾ, ਕੋਈ ਸ਼ਿਕਵਾ ਨਹੀਂ। ਉਹਨੇ ਪਿੱਛੇ ਹੱਦ ਹੋ ਗਿਆ, ਘਰੋਂ ਵੀ ਕੱਢ ਦਿੱਤਾ, ਮਹੱਲਾਂ ਦੇ ਸੁੱਖ ਵੀ ਗਏ, ਤੇ ਗੋਲੀ ਨੂੰ ਪੁੱਛਦੀ ਉਹ ਖੁਸ਼ ਕਿਉਂ ਹੈ? ਹੁਣ ਉਸ ਨਕੰਮੀ ਦੀ ਅਕਲ ਹੀ ਨਹੀਂ ਕੁਛ। ਕਹਿਣ ਲੱਗੀ ਉਹ ਇਸ ਕਰਕੇ ਰਾਣੀ ਖੁਸ਼ ਹੈ ਕਿਉਂਕਿ ਜਦੋਂ ਵਿਆਹੀ ਸੀ ਨਾ ਉਹਦੀ ਮਾਂ ਨੇ 9 ਲੱਖਾਂ ਹਾਰ ਦਿੱਤਾ ਸੀ, ਤੇ ਜਿਹਦੇ ਕੋਲ 9 ਲੱਖਾਂ ਹਾਰ ਹੋਵੇਗਾ ਖੁਸ਼ੀ ਹੋਵੇਗੀ। ਅਕਲ ਇੰਨੀ ਕੁਛ ਗੋਲੀ ਨੂੰ, ਉਹਨੂੰ ਪਤਾ ਨਹੀਂ ਵੀ ਉਹਦੀ ਖੁਸ਼ੀ ਦਾ ਰਾਜ਼ ਕੀ ਹੈ। ਕਹਿਣ ਲੱਗੀ ਉਹਦੇ ਕੋਲ ਮਾਂ ਦਾ 9 ਲੱਖਾਂ ਹਾਰ ਹੈ। ਛੋਟੀ ਨੇ ਕਿਹਾ ਫਿਰ ਉਹਦਾ ਹਾਰ ਲੈਣਾ ਮੈਂ। ਅੱਜ ਦੁਨੀਆ 'ਚ ਖਿਮਾ ਕਰਿਓ, ਆਪਣੇ ਪਰਿਵਾਰਾਂ ਵਿੱਚ ਵੀ ਸੱਚ ਇਹ ਵੇ, ਅਸੀਂ ਦੂਜੇ ਨੂੰ ਦੁਖੀ ਦੇਖ ਕੇ ਅੰਦਰੋਂ ਖੁਸ਼ੀ ਮਹਿਸੂਸ ਕਰਨੇ ਆ, ਸੁਖੀ ਨੂੰ ਸੁਖੀ ਵੇਖ ਕੇ ਕਦੀ ਨਹੀਂ ਜੀ ਕੋਈ ਖੁਸ਼ੀ ਮਹਿਸੂਸ ਕਰਦਾ। ਦੂਜੇ ਦਾ ਦੁੱਖ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ। ਉਂਝ ਮੈਂ ਕੱਲ ਤੁਹਾਨੂੰ ਇੱਕ ਬੇਨਤੀ, ਪਰ ਨਿੰਦਾ ਦੀ ਗੱਲ ਕੱਲ ਚੱਲੀ ਸੀ ਨਾ, ਅੱਜ ਪਾਠ ਕਰਦੇ ਇੱਕ ਹੋਰ ਬਚਨ ਆਇਆ। ਮਹਾਰਾਜ ਕਹਿੰਦੇ ਆ ਨਿੰਦਿਆ ਦਾ ਅਰਥ ਕੱਲਾ ਬੋਲਣਾ ਨਹੀਂ, ਕਿਸੇ ਦੇ ਗੁਨਾਹ ਨੂੰ ਵੇਖ ਕੇ ਅੰਦਰੇ ਅੰਦਰ ਖੁਸ਼ ਹੋਣਾ ਵੀ ਚੰਗਾ ਡੁੱਬਣ ਲੱਗਾ ਹੈ। ਇਹ ਬਿਰਤੀ ਵੀ ਨਿੰਦਿਆ ਦਾ ਰੂਪ ਧਾਰਨ ਕਰ ਜਾਂਦੀ ਹੈ। ਨਾ ਵੀ ਬੋਲੋ, ਜੋ ਦੇਖੈ ਛਿਦਰ ਤੋ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ। ਜਦੋਂ ਕਿਸੇ ਦਾ ਔਗਣ ਦੇਖਦਾ ਬੋਲੇ ਨਾ, ਪਰ ਅੰਦਰੇ ਅੰਦਰੇ ਫੁਰਨੇ ਬਣਾਏ, ਬੜਾ ਚੰਗਾ ਹੋਇਆ। ਗੁਰੂ ਸਾਹਿਬ ਕਹਿੰਦੇ ਇਹਦਾ ਵੀ ਗੁਨਾਹ ਓਨਾ ਜਿੰਨਾ ਬੋਲ ਕੇ ਨਿੰਦਿਆ ਦਾ ਹੈ। ਨਿੰਦਕ ਐਸੇ ਹੀ ਝਰ ਭਰੀਏ, ਇਹ ਸ਼ਬਦ ਹੈ। ਉਹਨੇ ਕਿਹਾ ਵੀ ਇਹਦੀ ਖੁਸ਼ੀ, ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ, ਰੱਬ ਅੱਗੇ ਅਰਦਾਸ ਕਰੋ ਕਿ ਦਾਤਾ ਕਿਸੇ ਦੀ ਖੁਸ਼ੀ ਵੇਖ ਕੇ ਅੰਦਰ ਈਰਖਾ ਨਾ ਪੈਦਾ ਕਰੀ। ਗੁਰੂ ਸਾਹਿਬ ਕਹਿੰਦੇ ਆ ਰੱਬ ਗੁੱਸੇ ਹੋ ਜਾਂਦਾ ਸਮਝਾਉਣ ਲਈ। ਉਹ ਕਹਿੰਦਾ ਦਾਤ ਮੈਂ ਦਿੱਤੀ, ਤੈਨੂੰ ਕੀ ਮੁਸ਼ਕਲ ਹੋ ਗਈ ਮੇਰੇ ਦੇਣ ਨਾਲ?
ਦੇਣ ਵਾਲਾ ਮੈਂ ਹਾਂ, ਤੂੰ ਮੇਰੇ ਦਿੱਤੇ ਹੋਏ ਨੂੰ ਦੇਖ ਕੇ ਕਲਪੀ ਜਾ ਰਹੇ। ਪਰ ਅੱਜ ਸੁਭਾਗ ਹੈ ਬਾਬਾ ਜੀ ਦੇ ਘਰ 'ਚ ਨਹੀਂ ਜੀ, ਸਾਡੀ ਅਰਦਾਸ, ਸਾਡੀ ਮੈਂ ਹਉਮੈ 'ਚ ਨਹੀਂ ਕਹਿ ਰਿਹਾ, ਗੁਰਸਿੱਖੋ ਆਪ ਜੋ ਅਰਦਾਸ ਕਰਦੇ ਹੋ, ਤੁਸੀਂ ਅਰਦਾਸ 2 ਮਿੰਟ ਕਰੋ, 5 ਮਿੰਟ ਕਰੋ, 10 ਮਿੰਟ ਕਰੋ, ਘੰਟਾ ਖਲੋ ਕੇ ਪ੍ਰਮਾਣਾਂ ਨਾਲ ਅਰਦਾਸ ਕਰੀ ਜਾਓ। ਜਦੋਂ ਤੁਸੀਂ ਅਰਦਾਸ ਕਰਨੀ ਹੈ, ਇਹਦੇ ਵਿੱਚ ਤੁਸੀਂ ਪੰਥ ਮੰਗਦੇ ਹੋ ਕਿ ਖਾਲਸਾ ਜੀ ਨੂੰ ਆਹ ਕੋਈ ਦਿਓ, ਸਿੱਖਾਂ ਨੂੰ ਆਹ ਦਾਨ ਮੰਗਣੇ, ਸਾਡੇ ਚੌਂਕੀਆਂ ਝੰਡੇ ਬੁੰਗੇ ਅਟਲ ਰਹਿਣ। ਪਰ ਅਖੀਰ ਤੇ ਨਾ ਤੁਹਾਨੂੰ ਫਿਰ ਉੱਠਣਾ ਪੈਂਦਾ ਕੌਮੀ ਘੇਰੇ ਤੋਂ ਉੱਪਰ। ਅਖੀਰ ਤੇ ਤੁਸੀਂ ਮੱਥਾ ਟੇਕਣ ਲੱਗਿਆ ਕਹਿੰਦੇ ਹੋ, ਦਾਤਾ ਇੱਕ ਕਿਰਪਾ ਕਰੀ, ਕੇਵਲ ਦਮਗਜੇ ਨਾ ਮੈਂ ਮਾਰਾਂ, ਮੈਨੂੰ ਨਾਮ ਵਿੱਚ ਭਾਣੇ ਵਿੱਚ ਰਹਿ ਕੇ ਚੜ੍ਹਦੀ ਕਲਾ ਦੇਈ, ਤੇ ਅਗਲਾ ਕੰਮ ਕਰੀ। ਜੇ ਮੇਰੀ ਅਰਦਾਸ ਸੁਣੀ ਜਾਏ, ਜਿੰਨੀ ਮਾਨਵਤਾ ਤੂੰ ਪੈਦਾ ਕੀਤੀ ਹੈ ਸਾਰਿਆਂ ਦਾ ਭਲਾ ਕਰ ਦੇ। ਉੱਥੇ ਅਸੀਂ ਕਹਿੰਦੇ ਹਾਂ ਖਾਲਸੇ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਹੈ। ਉਹਨੇ ਕਿਹਾ ਮੈਨੂੰ 9 ਲੱਖਾਂ ਹਾਰ ਚਾਹੀਦਾ, ਇਹਦੀ ਖੁਸ਼ੀ ਮੈਂ ਮਾਰਨੀ ਖਤਮ ਕਰਨੀ ਹੈ। ਉਹਨੇ ਗੋਲੀ ਨੂੰ ਕਿਹਾ ਗੱਲ ਕਰ। ਗੋਲੀ ਚਲੀ ਗਈ, ਉਹਨੇ ਬੁਝਾਰਤਾਂ ਪਾਈਆਂ। ਇਸ ਤਰ੍ਹਾਂ ਤਾਂ ਛੋਟੀ ਤੁਹਾਨੂੰ ਬੜਾ ਪਿਆਰ ਕਰਦੀ ਸੀ, ਉਹਨੂੰ ਬੜੀ ਮੁਹੱਬਤ ਤੇ ਤੁਹਾਡੀ ਮਾਂ ਦਾ ਹਾਰ ਵੇਖਣਾ ਚਾਹੁੰਦੀ ਹੈ, ਜੋ ਕਹੋਗੇ ਉਹ ਖਰੀਦਣ ਨੂੰ ਤਿਆਰ ਹੈ। ਵੱਡੀ ਨੇ ਕਿਹਾ ਮੈਂ ਵੀ ਵੇਚਣ ਨੂੰ ਤਿਆਰ ਹਾਂ। ਉਹਨੇ ਛੋਟੀ ਨੂੰ ਗੱਲ ਕੀਤੀ ਵੀ ਉਹ ਤਿਆਰ ਹੋ ਗਈ ਹਾਰ ਵੇਚਣ ਨੂੰ। ਉਹਨੂੰ ਕਹਿੰਦੀ ਪੁੱਛ ਕੀਮਤ ਕੀ। ਉਹਨੇ ਕਿਹਾ ਮੇਰੀ ਮਾਂ ਨੇ ਉਦਣ ਪਾਇਆ ਸੀ ਜਿੱਦਣ ਮੈਨੂੰ ਰਾਜਾ ਡੋਲੀ 'ਚ ਪਾ ਕੇ ਲਿਆਇਆ ਸੀ, ਉਸ ਤੋਂ ਪਹਿਲਾਂ ਨਹੀਂ ਸੀ ਪਾਇਆ, ਤਾਂ ਪਾਇਆ ਮੇਰੇ ਪਤੀ ਦੀ ਪ੍ਰਸੰਨਤਾ ਲਈ। ਮੈਂ ਅੱਜ ਵੇਚਣਾ ਹੈ ਤੇ ਇਹਦੀ ਕੀਮਤ ਇੰਨੀ ਕੁ ਹੋਵੇਗੀ, ਅਜੇ ਤੱਕ ਮੈਂ ਕੱਪੜੇ ਧੋਨੀ ਹਾਂ, ਮੈਂ ਹਾਰ ਦੇ ਦਿਆਂਗੀ, ਦਿਨ ਵਿੱਚ 1 ਵਾਰੀ ਮੈਨੂੰ ਪਤੀ ਦੇ ਚਰਨਾਂ ਦੀ ਸੇਵਾ ਮਿਲ ਜਾਏ, ਪੈਸਾ ਨਹੀਂ ਮੈਨੂੰ ਚਾਹੀਦਾ। ਉਹ ਕਮਲੀ ਨਿੱਕੀ ਦੂਜੇ ਭਾਵ 'ਚ ਪੈ ਗਈ। ਨਾ ਉਹਨੇ ਪਤੀ ਜਾਣਿਆ, ਸਮਝੋ ਇਸ ਗੱਲ ਨੂੰ, ਉਹਨੇ ਕੁਛ ਨਹੀਂ ਜਾਣਿਆ। ਕਹਿੰਦੀ ਤਾਂ ਕੀ, ਦਿਨ 'ਚ 1 ਵਾਰੀ ਆ ਜਾਏ ਘਰੇ ਮਿਲੇ, ਮੈਂ ਉੱਥੇ ਕੋਲ ਹਾਜ਼ਰ ਹੋਵਾਂਗੀ। ਉਹਨੇ 9 ਲੱਖਾਂ ਹਾਰ ਦੇ ਦਿੱਤਾ। ਅੱਜ ਕਈ ਮਹੀਨਿਆਂ ਤੋਂ ਬਾਅਦ ਵੱਡੀ ਘਰ ਆਈ। ਪਹਿਲੀ ਗੱਲ, ਜਦੋਂ ਪਤੀ ਦੇ ਚਿਹਰੇ ਨੂੰ ਦੇਖਿਆ, ਉਹਦੇ ਨੇਤਰ ਸੇਜਲ ਹੋ ਗਏ, ਪਤੀ ਦਾ ਅੰਦਰ ਭਰ ਆਇਆ। ਜਦੋਂ ਉਹਦੇ ਚਰਨਾਂ ਨੂੰ ਹੱਥ ਲਾਇਆ ਤੇ ਕਹਿੰਦੇ ਨੇ ਅਥਰੂਆਂ ਦੇ ਪਾਣੀ ਰਾਜੇ ਦੇ ਪੈਰ ਤੇ ਡਿੱਗੇ ਤੇ ਉਹਦੇ ਗਲੇ 'ਚੋਂ ਇੱਕੋ ਸ਼ਬਦ ਨਿਕਲਿਆ, ਮਾਲਕਾ ਤੇਰਾ ਸ਼ੁਕਰ, ਅੱਜ ਚਰਨ ਬਖਸ਼ ਦਿੱਤੇ। ਜਦੋਂ ਇਹ ਕਿਹਾ ਤੇਰਾ ਸ਼ੁਕਰ, ਤੇ ਰਾਜੇ ਨੇ ਕਿਹਾ ਮੇਰਾ ਸ਼ੁਕਰ ਨਹੀਂ, ਛੋਟੀ ਦਾ ਸ਼ੁਕਰ ਕਰ ਕਿ ਜਿਹਨੇ ਤੈਨੂੰ ਵਕਤ ਦੇ ਦਿੱਤਾ ਮਿਲਣ ਵਾਸਤੇ। ਕਦੀ ਉੱਚਾ ਨਹੀਂ ਸੀ ਬੋਲੀ। ਕਹਿਣ ਲੱਗੀ ਤੁਹਾਡਾ ਰੋਮ ਰੋਮ ਕਰਕੇ ਸ਼ੁਕਰ ਕਰਾਂਗੀ, ਇਸ ਦਾ ਕਦੀ ਸ਼ੁਕਰ ਨਹੀਂ ਕਰਾਂਗੀ। ਕਿਉਂ? ਕਹਿਣ ਲੱਗੀ ਜਿਹੜੇ ਪਤੀ ਦੇ ਦਰਸ਼ਨ ਵੀ ਹਾਰ ਪਿੱਛੇ ਵੇਚ ਦਿੰਦੀ, ਇਹਦਾ ਸ਼ੁਕਰ ਕੀ ਕਰਨਾ ਹੈ। ਸੁਣੋ ਇਸ ਬੇਨਤੀ ਨੂੰ। ਜਿਹਨੇ ਪਤੀ ਦਾ ਦਰਸ਼ਨ ਵੇਚ ਦਿੱਤਾ ਹਾਰ ਪਿੱਛੇ। ਉਹਨੇ ਪੁੱਛਿਆ ਸਾਰੀ ਕਹਾਣੀ, ਉਹਨੇ ਦੱਸੀ ਮੇਰੀ ਮਾਂ ਦਾ ਹਾਰ ਲਿਆ ਇਹਨੇ, ਤੁਹਾਡੇ ਦਰਸ਼ਨਾਂ ਤੱਕ ਤਾਂ ਪਹੁੰਚੀ। ਰਾਜੇ ਨੇ ਕਿਹਾ ਨਿਕਲ ਮੇਰੇ ਮਹੱਲ ਚੋਂ ਬਾਹਰ, ਛੋਟੀ ਨੂੰ ਅੱਜ ਤੋਂ ਬਾਅਦ ਤੇਰੀ ਕੋਈ ਥਾਂ ਨਹੀਂ। ਉੱਥੇ ਭਾਈ ਚੂੜ ਕਹਿੰਦੇ ਉਹਨੇ ਹੱਥ 'ਚ ਪਕੜਿਆ ਹਾਰ, ਵੱਡੀ ਨੂੰ ਹਾਰ ਵਾਓ, ਕਹਿੰਦੀ ਮੈਨੂੰ ਹਾਰ ਚਾਹੀਦੀ ਨਹੀਂ। ਉਹਨੇ ਖਾਰ ਲਿਆ ਤੇ ਖਾਰ ਨੂੰ ਤੋੜਿਆ, ਉਹਦੇ ਮੋਤੀ ਪੈਰਾਂ ਥੱਲੇ ਮਲਦੀ ਏ। ਭਾਈ ਚੂੜ ਨੇ ਇੱਥੇ ਫਿਰ ਕਵਿਤਾ ਲਿਖੀ। ਉਹ ਕਹਿੰਦਾ ਛੋਟੀ ਕਹਿੰਦੀ ਏ ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ। ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ। ਜੇ ਜਾਣਾ ਹਾਰੀ ਨੂੰ ਹਾਰ ਹਰਾਂਦਾ ਰਹਿੰਦਾ ਤਾਂ ਹਾਰੇ ਹੱਥ ਨਾ ਲਾਈ। ਇੱਕ ਦੁਹਾਗ ਬਿਆਂ ਮਸਲ ਜਗਦੀ ਹੋਂ ਕਿਸ ਨੂੰ ਆਖ ਸੁਣਾਈ। ਚੂੜਾ ਮਨ ਵਧੇਂਦੀਆਂ ਮਾਰੀ ਮੈਂ ਲੁੱਟੀਆਂ ਵੇ ਪਰਵਾਈ। ਹਾਰ ਨੂੰ ਨੋਚ ਕੇ ਸੱਟ ਦਿੱਤਾ, ਵੱਡੀ ਨੂੰ ਸਾਈਂ ਮਿਲ ਗਿਆ। ਹੁਣ ਇਹਦਾ ਮਤਲਬ ਕੀ ਸੀ? ਸੱਚ ਇਹ ਵੇ ਕਿ ਦੂਈ ਬਿਰਤੀ ਹੈ ਕਿ ਉਸ ਰਾਣੀ ਨੇ ਪਤੀ ਦੀ ਕਦਰ ਨਹੀਂ ਜਾਣੀ। ਛੋਟੀ ਨੇ, ਉਹਨੇ ਸਿਰਫ ਦੂਜੇ ਭਾਵ 'ਚ ਪੈ ਕੇ ਪਤੀ ਨੂੰ ਭੁਲਾ ਦਿੱਤਾ, ਪਦਾਰਥਾਂ ਨੂੰ ਥਾਂ ਦਿੱਤੀ। ਸੱਚ ਇਹ ਵੇ ਦਿੱਤੇ ਪਤੀ ਦੇ ਸਨ, ਪਤੀ ਦਾ ਘਰ, ਪਤੀ ਦਾ ਮਹਿਲ, ਪਤੀ ਦੇ ਬਸਤਰ, ਪਰ ਜਿੰਨਾ ਦੇਣ ਵਾਲਾ ਸੀ ਉਹਦੀ ਵੈਲਿਊ 0 ਕਰ ਦਿੱਤੀ। ਸਭ ਕੁਝ ਪਦਾਰਥਾਂ ਨੂੰ ਸਮਝਿਆ। ਚੇਤੇ ਰੱਖਿਓ ਇਹ ਦੂਜਾ ਭਾਵ ਹੈ। ਖਾਣਾ ਇੱਕ ਦਾ ਤੇ ਗੀਤ ਦੂਜੇ ਦੇ ਗਾਣੇ। ਇਹਨੂੰ ਬਾਣੀ 'ਚ ਦੇਖੋ। ਸੋਇਨਾ
रूपा रंगुला मोती तै मानक जियो। ਤਾਂ मैं थोड़ी जी कहानी लै ली भी ये साखी भी किते ये ना हो भी कोई गूढ़ गल चोखी हो। कहते सोना रूपा, रूपा का अर्थ चांदी। गुरु साहब का बचन है जी, गुरु नानक साहब जी का। सोना रूपा रंगुला मोती तै मानक जियो। मेरे वाहगुरू तू हंडान नूं सोना दिता, चांदी दिती, मोती दिते, मानक दिते। तू इस करके दिते कि मेरे अंदर दी प्रसन्नता तेनू प्यार करा। सोना रूपा रंगुला मोती तै मानक जियो। से वस्तु शह दित्तियां, एक ने दित्तियां। मैं तिन स्यो लाया चित जियो। मैं देण वालिया तेनू भुल गई, चित दूजे न ला लिया। तेरी दात नूं तेरे तो वख कर दिता। हाँ दात हंडा, जे दाते नूं चित रख के चलेगा सच्ची मुच्ची दूजा नहीं आएगा। जदों दाता भुला दिता। मैं तिन स्यो लाया चित जियो। मंदिर मिट्टी संधड़े, मिट्टी दे बने कोई घर, पत्थर कीते रास जियो। हों एनी टोली भुलियस तिस कंत ना बैठी पास जियो। एनी टोली भुलियस दूजा भाव है, कंत ना बैठी पास जियो। परमात्मा तेरा सिमरन नहीं किया। तो हुण इहनूं बेनती नूं सुणियो। ये रब तरस करे। साडे विच भी दो ही गल्लां चलदियां ने जी। कबीर साहब का इतिहास पढ़ो तो इक्को विआह होया, एक ही शादी हुई कबीर जी की। पर जदों बाणी पढ़ो, बाणी दे एक शब्द चो दो विआहां का जिक्र करते हैं। उस विच सच्ची मुच्ची वो कहते रब का शुक्र है पहली मर गई, हुण जिहड़ी आई है रब्बा इनू कदी बुखार भी ना चढ़े। समझो इनू वाशना नहीं लेना। क्यों मर गई, चंगा हो गया। कह लगे करूप बड़ी सी, बड़े भैड़े लक्षण सन, पेके ते सहुरे घर कुछ नहीं सी इहदे पल्ले। असल च की है वो दूजे भाव वाली बिरती सी। जिदन गुरु ने उन्होंने अंदरों महल चों बाहर कढ़ दिता, अंदर सिर्फ वो बिरती आ गई जिहड़ी रब नूं मुहब्बत करदी है। कह लगे तरस करी हुण ये औरत कदी भी मरे ना। ये शब्द कह पहली करूप कुजात कुलखणी, सहुरा पई है बुरी। कुजात सी भैड़े लक्षण सन। पहली करूप कुजात कुलखणी, सहुरा पई है बुरी। अब की स्वरूप सुजान सुलखणी, सहजे उदर धरी। हुण आ भी तां एक महल है ना जी। इहदे विचों जदों माड़ी नौकरानी प्रेरणा दिंदी है, सच्ची मुच्ची ये चंगे गुणां नूं बाहर चा कढदा है मन, ते माड़ियां नूं अंदर वाड़ दिंदा है। ते जदों किते गुरु तरस कीते करे पूरबला आ जाए, सच्ची मुच्ची उदों माड़े बाहर निकल जाते हैं, चंगियां नूं थां मिल जाती है। पहली करूप कुजात कुलखणी, सहुरा पई है बुरी। अब की स्वरूप सुजान सुलखनी, सहजे उदर धरी। भली सरी मुई मेरी पहली बरी, जुग जुग जीवो मेरी अब की तरी। बस आज दूजा भाव अंदरों ही निकलता है। गुरु साहब ने शब्द वरत्या कि एक है, एक दा बनाया पसारा है। पसारे नूं एक तो वख करके भोगेगा, माणेगा, ये दूजा भाव आ जाएगा। तो जदों पसारे विच विचरदियां पसारा बनाउण वाले नूं चेते करेगा, संसार वही है, दूजा भाव नहीं आएगा। गुरु साहब कहते दो विच दुविधा है। सुनो, एक भगत जी का बाबा भाई गुरदास साहब का बचन है, दूजा भाव की है। यही कारण क्यों कहते हैं भी तुसी साडे च तत्तां दी पूजा नहीं असी करते जी, असी पत्थरां दी पूजा नहीं करते, ईवन के असी टाइम की पूजा भी नहीं करते, असी देव पूजा भी नहीं करते, असी देवियां की पूजा भी नहीं करते। बीबियो भैनों जरूर तुसी अज मेरी ये बेनती सुन के जाओ। मैनूं पता है बहुत ज़्यादा जो बंदा दुखी हुंदा है ना जी, असलीयत वे दुख विच बंदा हथ मारदा, शायद आई कंडे ला दे मैनू। गुरु साहब ने बाणी च बचन कहा दूजे भाव च नहीं पैना, एक नाल जुड़ना है। भाई साहब कहते जिथे दो आ गए उत्थे कलेश ही है। वो ये तीन चार उदाहरणा ने भाई गुरदास साहब दियाँ। उस विच वो कहते ने एक शीशा है ना जी, ये एक दर्पण लगा अपने बाथरूम च, एक शीशा लगा होवे बड़ा चंगा, एक शीशे च कोई चेहरा दिसना है, तो जे शकीनी करके कि पिछले पासे भी ला दो, एक अगे एक पिछे ला दो शीशा। याद रखियो उन्हां दोवां ने इन्ना को तंग करना है। एक शीशे विचों एक चेहरा दिसदा है, दो शीशियां विचों अणगिनत चेहरे दिसदे आ। एक नाल जुड़ेगा तो एकाग्रता बनेगी। जे दुबदा पा के दो पासे झाती मारेगा तेरा मन खिंड जाएगा।
एक शीशे चो एक चेहरा, दो चों बेअंत। दलदल च फसिया बंदा जां खब्बे नूं बांह फड़ा जां सज्जे नूं, जे दवल्ली बांहां फड़ाएगा ना चिक्कड़ चो कोई नहीं निकलना, खिच्चण वालियां बांहां तेरियां कढ देणियां। एक नूं सिर्फ समझण लई ने जी ये गल्लां। एक शीशे चो एक चेहरा दिसदा है, एक नूं बांह पकड़ाइए ते बाहर निकलदा है, दवल्ली बांहां पकड़ाइए बांहां टुट जांदियां ने। दुराए ते आके लोकी कई वारी भुल जांदे आ, पिंड दा एक चौधरी होवे ते भला हो जाए, जिथे दो चार चौधरी हो जाण पिंड दी खैर कोई नहीं। सुहागण दा एक पति है, भाई साहब दा बचन सुनियो, दो की है दूजी छोड़ कवाटड़ी। आप इत्ते बोल रहे हैं, भाई साहब कहते हैं दोए दर्पण देखै एक सै अनेक रूप। अर्थ बड़े सौखे ने, दो शीशियां चो ना वेखी एक चेहरे दे कई चेहरे बन जाने ने। दोए दर्पण देखै एक से अनेक रूप, दोए नाव पाम धरै पहुंचै ना पार है। दो बेड़ियां ते लत्तां रख के किनारे नहीं लभदे। दोए दिशा से गए गहाए हाथ पांव टूटे, दो राहे जो चित्ते होए भूल पग तार है। दोए भूप तांकै गांव परजा ना सुखी होत। दो सरपंच हुण सच्ची लो पिंड कह के हैं। अब बड़ा भाई साहब उदन गल कर रहे सन आपां भी पंजाब चलिया भी एक गुरुद्वारा, बड़ी चंगी गल है। मैनू एक गल समझ पई भी चंगे भले रोटियां पानियां कट्ठे खांदे ने, जिदन सरपंची दे वोट आउंदे ने 4 साल फिर स्यापा पिया रहिंदा। वो इन्नी को दुविधा बन जाती साडे। एक थां ते एक बंदा होवे सियाणा, जे मान लो एक देश ते दो बंदे कब्जा करन तबाही किन्नी हुंदी है, ते जे अंदर मानू ते असीं दो नूं थां देण दा यतन करांगे अंदर दी तबाही हो जाएगी। दोए भूप तां कै गाओ परजा ना सुखी होत, दोए पुरखन की ना कुला बधु नार है। गुर सिख होए आन देव सेव टेव गह। गुरु का सिख होवे एक ओंकार नूं छड्ड के देवी देवते मसीतां मड़ियां कबरां इहदे विच खचत होवे। गुरु साहब कहंदे ने एक कवाटड़ी है, तू पगडंडी ते चल पे तेरा सिरे नहीं लगना। गुर सिख होए आन देव सेव टेव गए, सह जम डंड त्रिग जीवन संसार है। दो वाले नूं सुख नहीं। हुण एक सवाल उठदा भी असीं क्यों ना इन्हां नूं पूजीए। भगत नामदेव जी का एक शब्द है, इस करके कहा जाता भी जिन्हों पूजोगे ना, जे तां पूजा मुकम्मल हो गई ओदी, ओदा रूप हो जाता बंदा, जे पूजा मुकम्मल ना हुई ओदी सवारी बन जाता है। एक शब्द गुरु ग्रंथ साहिब च आउंदा है भैरो भूत, आ दूजी छोड़ कवाटड़ी आ है असल च। भैरो भूत शीतला धावै, खर बान ओ शार उड़ावै। हाँ तो एक रमैया लहू आन देव बदलावन देव, दूजी छोड़ कवाटड़ी। हाँ तो एक रमैया लहू आन देव बदलावन देखूं। शिव शिव करते जो नर ध्यावै, बरद चरै डौरू टमकावै। माँ माई की पूजा करे, नर सै नार होए उतरै। तू कईयती आद भवानी, मुक्त की बरिया कहाँ छपानी। गुरमत राम नाम गौ मीता, परणवै नामा इऊं कहे गीता। ये दूजी क्वाटड़ी है गुरबाणी मुताबक। हुण कई बंदे भैरो नूं मनदे आ, पंजाब च बड़ा जी अजकल। किसी दे तरक्की करा कि जिन्नी मंडीर है, मैं बहुत थावां ते वेखिया जिवें अपने कीर्तन दरबार चलदे आ, इस तरह कबरां उत्ते मेले लगदे। कोई शहनशाह है, कोई पातशाह बने, कोई महाराज बने, उत्थे नाच हो रहे ने, लाला लाला हो रही है। यही तो सरवर नूं पूजदे हुंदे सन लोग उस वेले। दुआबे विच ज़्यादातर, हुण तां पता नहीं, जठेरे पूजे जाते सन। इस तरह सी जी। तो वह पूजन लग्या, हुण जदों रौला पैन लगा, वो कहंदे चलो कोई नहीं, एक निक्का जिहा निशान साहब ला दिओ, ये साडे शहीदां दी थां। पुछो कदों शहीद होए सन? वो मन नूं बहु गिनती च जी। गुरु साहब कहंदे जिन्हों पूजोगे वो जा होवोगे। जे तू भैरो भूत शीतला धावै, खर बाहन ओ शार उड़ावै। भैरो नूं पूजेगा भूत बनेगा, शीतला की पूजा करेगा खोते की जून च पै के सारी जिंदगी धूड़ी पट्टी जाएगा। ये अर्थ ये नहीं जी। भैरो भूत शीतला धावै, खर बाहन ओ शार उड़ावै। कबीर नामदेव कहंदा हाँ तो एक रमैया लैखूं, एक सोच तलाए मैनू एक रब दे दे। आन देव बदलावन देखूं, सारे देवते दे बदले ले ले। हाँ तो एक रमैया लैखूं, आन देव बदलावन देखूं। शिव शिव करता है जो नर ध्यावै। की बन जाएगा तू?
बरद चरा डौरू टमकावे। जे रूप हो गया बल्द ते चढ़ जाएगा तो डमरू बजाई जाएगा। माँ माई की पूजा करे, ਜਿਹੜਾ ਮਾਂ ਮਾਈ ਨੂੰ ਪੂਜੇਗਾ ਨਰ ਸੈ ਨਾਰ ਹੋਏ ਉਹ ਤਰੈ। ਇੱਥੇ ਦਾ ਅਰਥ ਇਹ ਨਹੀਂ ਕਿ ਔਰਤ ਦੀ ਜੂਨ ਨੂੰ ਨਿੰਦਿਆ, ਇਹਦਾ ਮਤਲਬ ਇਹ ਵੇ ਜੈਸਾ ਸੇਵੇ ਤੈਸਾ ਹੋਏ। ਨਰ ਸੈ ਨਾਰ ਹੋਏ ਉਹ ਤਰੈ। ਅੱਗੇ ਕਹਿੰਦੇ ਤੂੰ ਕਈਅਤੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਬਾਬਾ ਜੀ ਕਹਿੰਦੇ ਨੇ ਮੈਂ ਤੈਨੂੰ ਇਹ ਨਹੀਂ ਕਹਿ ਰਿਹਾ ਤੂੰ ਧਰਮ ਤੋਂ ਡਿੱਗ, ਇਹ ਕਹਿ ਰਿਹਾ ਗੁਰਮਤਿ ਰਾਮ ਨਾਮ ਗਉ ਮੀਤਾ ਮੇਰੇ ਮਿੱਤਰ। ਜੇ ਜਪਣੀ ਤੇ ਫਿਰ ਉਹਦੇ ਵਰਗਾ ਹੋ ਜਾ ਜਿਹਦੇ ਤੇ ਸਮਾਂ ਅਸਰ ਨਹੀਂ ਕਰਦਾ। ਜੇ ਅਕਾਲ ਨੂੰ ਜਪੇਗਾ ਤੇ ਇੱਕ ਦਿਨ ਸਮਾਂ ਵੀ ਤੇਰੇ ਪੈਰਾਂ ਵਿੱਚ ਡਿੱਗ ਪਏਗਾ। ਜਿਹਨੂੰ ਜਪੇਗਾ ਗੁਰਮਤਿ ਰਾਮ ਨਾਮ ਗਉ ਮੀਤਾ ਪਰਣਵੈ ਨਾਮਾ ਇਉਂ ਕਹੇ ਗੀਤਾ। ਇਹ ਗੀਤਾ ਦਾ ਗਿਆਨ ਤੈਨੂੰ ਕਹਿ ਰਿਹਾ ਹੈ। ਮੈਂ ਅਰਜ਼ ਕਰਾਂ ਦੂਜੀ ਛੋੜ ਕਵਾਟੜੀ ਦੇ ਬੜੇ ਗਹਿਰੇ ਅਰਥ ਨੇ ਜੀ। ਜਿੰਨਾ ਮਰਜ਼ੀ ਵਿਸ਼ਵਾਸ ਤਾਰ ਕਰੋ। ਮੈਂ ਆਪ ਜੀ ਨੂੰ ਕਿਹਾ ਸਮੇਂ ਨੂੰ ਨਹੀਂ ਅਸੀਂ ਪੂਜਦੇ। ਹਾਂ ਸਮੇਂ ਵਿੱਚ ਰੱਬ ਨੂੰ ਪੂਜਨੇ ਹਾਂ। ਸਮੇਂ ਨੂੰ ਪੂਜਣਾ ਤੇ ਸਮੇਂ ਵਿੱਚ ਰੱਬ ਨੂੰ ਪੂਜਣਾ ਫਰਕ ਹੈ। ਫਿਰ ਬੇਨਤੀ ਸੁਣਿਓ, ਸਮੇਂ ਨੂੰ ਪੂਜਣਾ ਅੱਜ ਬੁੱਧਵਾਰ ਆਇਆ ਬੜਾ ਚੰਗਾ, ਮੰਗਲਵਾਰ ਬੜਾ ਭੈੜਾ ਜੇ, ਵੀਰਵਾਰ ਤੇ ਪੁੱਛੂ ਕੁਝ ਨਾ ਵਾਰ ਕੋਈ ਨਹੀਂ ਚੰਗਾ। ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਇਹ ਵੇ ਟਾਈਮ ਦੀ ਗੱਲ ਕੀਤੀ। ਮੈਂ ਉਸ ਦਿਨ ਕਿਹਾ ਸੀ ਕਿ ਗੁਰੂ ਨੇ ਕਿਹਾ ਟਾਈਮ ਉਹ ਹਰ ਸੰਗਾ ਹੋ ਜਾਂਦਾ ਜਿਸ ਟਾਈਮ ਰੱਬ ਦੀ ਯਾਦ ਆ ਜਾਏ। ਸਾਈ ਘੜੀ ਸੁਲੱਖਣੀ ਸਾਈ ਨਾਲ ਵਿਹਾਵੇ, ਮਾਂ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ। ਗੁਰੂ ਸਾਹਿਬ ਨੇ ਸਾਨੂੰ ਇਸ ਦੂਜੀ ਕਵਾਟੜੀ ਤੋਂ ਹਟਾਇਆ ਹੈ। ਇਸ ਕਰਕੇ ਅਸੀਂ ਤੱਤ ਦਾ ਨਿਰਾਦਰ ਨਹੀਂ ਕਰਦੇ, ਪਰ ਅਸੀਂ ਤੱਤ ਰੱਬ ਦੀ ਬਣੀ ਕੋਈ ਦਾਤ ਜਾਣ ਕੇ ਰੱਬ ਦਾ ਸ਼ੁਕਰ ਕਰਨੇ ਆ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇਹ ਸਾਰੇ ਉਹਦੇ ਭੈ ਵਿੱਚ ਨੇ। ਦੂਜੀ ਗੱਲ ਰੱਬ ਦਾ ਸ਼ਰੀਕ ਨਹੀਂ ਕੋਈ ਬਣਾਉਂਦਾ ਸਿੱਖ। ਫਿਰ ਬੇਨਤੀ ਰੱਬ ਦੀ ਮੂਰਤ ਕਦੀ ਬਣੀ ਹੈ ਜੀ? ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਕਿ ਚਿਤਰੰਗ ਬਖੀਨਾ ਕਿ ਏਕੈ ਅਧੀਨੇ। ਤੇਰੀਆਂ ਮੂਰਤਾਂ ਕਿਹੜਾ ਜੰਮਿਆ ਬਣਾਉਣ ਵਾਲਾ। ਪਰ ਗੁਰੂ ਸਾਹਿਬ ਨਾਲ ਬਚਨ ਕਹਿੰਦੇ ਆ ਬਣਦੀ ਹੈ ਜੀ ਰੱਬ ਦੀ ਮੂਰਤ। ਸੁਣਿਓ, ਕਾਗਜ਼ਾਂ ਤੇ ਕੋਈ ਨਹੀਂ ਬਣਦੀ। ਪੱਥਰਾਂ ਨੇ ਕਿੱਥੇ ਬਣੇ, ਥਾਪਿਆ ਨਾ ਜਾਏ, ਇਹ ਰੋਜ਼ ਪੜ੍ਹਨੇ ਆ। ਉਹਨੂੰ ਜੰਮਿਆ ਕੋਈ ਇਹ ਭਗਵਾਨ ਦੀ ਮੂਰਤ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਮੂਰਤ ਬਿਲਕੁਲ ਰੱਬ ਦੀ ਬਣਦੀ ਹੈ, ਕਾਗਜ਼ਾਂ ਤੇ ਨਹੀਂ। ਚਾਈਨਾ ਵਾਲੇ ਨਹੀਂ ਬਣਾ ਸਕਦੇ, ਮੈਟਲ ਤੇ ਨਹੀਂ। ਰੱਬ ਦੀ ਮੂਰਤ ਉੱਥੇ ਬਣਦੀ ਹੈ ਜਿਹਦੇ ਸੀਨੇ ਵਿੱਚ ਰੱਬ ਦੀ ਬੰਦਗੀ ਟਿਕ ਜਾਂਦੀ ਹੈ। ਆਹ ਪਾਠ ਕਰਦੇ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਨੀ ਨਿਸ ਦਿਨ ਭਜੈ, ਫਿਰ ਬੇਨਤੀ ਹੈ ਰੂਪ ਰਾਮ ਤੇ ਜਾਨ, ਜਿਹੜਾ ਉਹਨੂੰ ਰੋਜ਼ ਜਪਦਾ ਹੈ ਉਹਦਾ ਰੂਪ ਬਣਦਾ। ਇਹੀ ਕਾਰਨ ਮੇਰੇ ਮਨ 'ਚ ਇੱਕ ਦਿਨ ਆਇਆ, ਜਦੋਂ ਪਾਠ ਕਰੋਗੇ ਆਪ ਜੀ ਦੇਖੋਗੇ ਜਦੋਂ ਸੇਵਕ ਸਵਾਮੀ ਵਿੱਚ ਅਭੇਦ ਹੋ ਜਾਂਦਾ, ਸੇਵਕ ਵਿੱਚੋਂ ਸਵਾਮੀ ਦਿਸਣ ਲੱਗ ਪੈਂਦਾ ਹੈ। ਮੈਂ ਇਹ ਖੁਸ਼ਕਪੁਣਾ ਨਹੀਂ ਅੱਜ ਵਰਤਾਂਗਾ ਵੀ ਮਨ 'ਚ ਆ ਜਾਏਗਾ ਭਾਈ ਸਾਹਿਬ ਅੱਜ ਕਿਸ ਤਰ੍ਹਾਂ ਦੀ ਕਥਾ ਨਹੀਂ। ਦੇਖੋ ਗੁਰੂ ਗੋਬਿੰਦ ਸਿੰਘ ਸਾਰੇ ਕਹਿੰਦੇ ਅਸੀਂ 1708 ਨੂੰ ਜੀ ਮਹਾਰਾਜ ਸੱਚਖੰਡ ਚਲੇ ਗਏ ਉਹ ਸਰੀਰ ਵਿੱਚ, ਪਰ ਗੁਰੂ ਸਰੀਰ 'ਚ ਕਦੀ ਨਹੀਂ ਵੱਜਦਾ। ਸੱਚ ਇਹ ਵੇ ਅੱਜ ਵੀ ਗੁਰੂ ਗੋਬਿੰਦ ਸਿੰਘ ਦਾ ਸਿੱਖ, ਭਾਈ ਸਾਹਿਬ ਨੇ ਕਹਿ ਰਿਹਾ ਅੰਮ੍ਰਿਤਧਾਰੀ ਸਿੱਖ, ਰਹਿਤ ਬੈਤ ਦਾ ਪੱਕਾ, ਬਾਹਰ ਮੁਖੀ ਅੰਗਾਂ ਕਰਕੇ ਤੇ ਸੁਰਤ ਤੇ ਮਨ ਕਰਕੇ ਵੀ ਪੱਕਾ। ਜਦੋਂ ਉਹਦੇ ਤੁਸੀਂ ਦਰਸ਼ਨ ਕਰਦੇ ਹੋ ਉਦੋਂ ਗੁਰੂ ਗੋਬਿੰਦ ਸਿੰਘ ਦੀਆਂ ਮੂਰਤ ਪ੍ਰਗਟ ਹੁੰਦੀ ਹੈ। ਰੱਬ ਦੀ ਮੂਰਤ ਸਵਾਮੀ ਸੇਵਕ ਵਿੱਚੋਂ ਦਿਸਣ ਲੱਗ ਪੈਂਦਾ। ਆਹ ਪਾਠ ਕਰੋ, ਹਰ ਕਾ ਸੇਵਕ ਸੋ ਹਰ ਜਿਹਾ। ਵੀ ਤੁਸੀਂ ਤਾਂ ਕਹਿ ਦਿੱਤਾ ਰੱਬ ਦੀ ਦੇਹ ਕੋਈ ਨਹੀਂ ਹੁੰਦੀ। ਬਾਬਾ ਜੀ ਕਹਿੰਦੇ ਮੇਰੀ ਗੱਲ ਸਮਝ, ਉਹ ਸਰਬ ਵਿਆਪਕ ਹੈ। ਜਿਹਨੇ ਪੂਜਿਆ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਖਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸੱਲੈ ਸਲ ਸਮਾਏ ਦਾ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਭਗਤ ਮੇਰਾ ਰੂਪ ਹੈ, ਦਾਸ ਅਨਨ ਮੇਰਾ ਨਿਜ ਰੂਪ, ਮੇਰੋ ਨਿਜ ਰੂਪ। ਦਰਸ਼ਨ ਨਿਮਖ ਤਾਪ ਤਰੀ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਭਗਤ ਜੀ ਨੂੰ ਵਾਹਿਗੁਰੂ ਕਹਿੰਦੇ ਆ, ਜਿਹੜਾ ਮੇਰੀ ਭਗਤੀ ਕਰਦਾ ਇੱਕ ਵਾਰੀ ਝਲਕ ਪਾ ਲਈ ਤੇਰੇ ਤਿੰਨਾਂ ਤਾਪਾਂ ਦਾ ਨਾਸ਼ ਹੋ ਜਾਏਗਾ। ਸਵਾਮੀ ਤੇ ਸੇਵਕ ਇੱਕ, ਭਗਤ ਤੇ ਭਗਵੰਤ ਇੱਕ, ਤੇ ਗੁਰਮਖੋ ਯਾਦ ਰੱਖਿਓ ਸੰਤ ਤੇ ਅਨੰਤ ਇੱਕ ਹੋ ਜਾਂਦੇ ਆ।
एक बचन हुंदा संत तुझी तन संगत प्राण सतगुर ज्ञान जाने संत देवा देव। गुरु सिख सिख गुरु आपे गुर चेला है आपे आपे हर प्रभ चोज विडानी। गुरु गोबिंद सिंह जी ने पूछो कहने लगे आत्म रस जे जानगी सोए खालस देव प्रभ मैं मोह मैं तास में रंचक नाही भेद। बाहर मुखी नहीं, जदों सिमरन नाल कोई जुड़दा है बाबा जी कहंदे तू एक नाल चित ला। हुण कई वारी जदों अर्थ करने आ एक नाल चित लाउण दी गल गुरु ग्रंथ साहिब दे शब्द दी चलेगी। एक नूं अनेकता विचों वेखना, फिर बेनती सुनियो, अनेकता नूं एक नालों वख करके वेखना, दोनों च फर्क है। इस लफ्ज नूं फिर दोहरान लगा, एक नूं अनेकता विच बाबा जी ने देखिया ते शब्द वरते कि सबै कट राम बोलै रामा बोलै राम बिना को बोलै रे। अनेकता भी देख के क्या जो बोलता है मृग मीन पंखेरू सो बिन हर जापत खै नहीं खोर। ये मच्छियां ये हरन ये पंछी उसनूं पुकार रहे ने ते जे असी एक दी आवाज़ नूं छड्ड के तितर बटेरे दी आवाज़ नूं पूजन लग पांगे, याद रखियो दूजा भाव हो जाएगा। उस एक नूं नाल ले के तुर। गुरु साहब ने बख्शिश की, वो कहते एक नूं अनेकता विच। इसे करके बाणी ने इस गल ते जोर दिता है मेरे मन एकस स्यों चित लाए इकस बिन सब धंध कै सब मिथ्या मोह माहे। गुरा एक दे बुझाई सबना जियां का एक दाता। दो दाते नहीं, सबना जियां का एक दाता सो मैं विसर ना जाई। साहिब मेरा एको है भाई एको है। महाराज ने तुद बिन दूजा ना ही कोय तू करतार करे सो होए। तेरा जोर तेरी मन टेक सदा सदा जप नानक एक। ना देव दान वा नरा ना सिद्ध साध का धरा अस्त एक दिगर कोई एक तुई एक तुई। आद अंत एक अवतारा एक सोचित लाए दूजी छोड़ क्वाटड़ी। आद अंत एक अवतारा सोई गुरु समझो हमारा। नमस्कार तिसी को हमारी सकल प्रजा जिन आप सवारी। एक अंकारा बाबा जी दे शब्द के सिर्फ एक स्यों चित लाए दूजी छोड़ क्वाटड़ी। हाँ एक नाल चित ला लग्या कई बारी मुल तारना पैंदा है। सच है कई बारी असीं कहने फलाना तो गुरुद्वारे नहीं गए ना भाग लगा फलाने तो आ कुछ मिल गया वो फलानी थां तो चीज़ रखा लैके आए। मैं कई बारी कहना हुन्ना सच्ची मुच्ची एक बारी मुहब्बत नूं एक नूं कर लग्या कई बारी बड़ा मुल तारना पैंदा है। गुरु गोबिंद सिंह ने लाल चारे वारे पर जदों एक नाल मुहब्बत पै जाए उदों देखियो उहदा प्यार किन्ना कु है। भाई साहब भाई नंद लाल जी उन्हां दा गज़ल नहीं वैसे एक शेर है कुछ फुटकल शेर ने उन्हां दी रचना विच। एक नूं मुहब्बत एक सुचित लाए। अब सुखमनी साहब भी रो पढ़ दो एको जप एको सालाहे एक सिमर एको मन आहे एक इसके गुण गाओ अनंत मंत्र जाप एक भगवंत। पर एदा एक दा अर्थ ये नहीं कि कला गुरुद्वारे च एक है सो अंतर सो बाहर अनंत घट घट व्याप रहा भगवंत। धरन माए आकाश पयाल सर्व लोक पूर्ण प्रतिपाल बन तिन पर्वत है पार ब्रह्म जैसी आज्ञा तैसा कर्म। भाई साहब ये भी पता है भाई नंद लाल जी का कि वो गुरु गोबिंद सिंह जी उस दिन मैं क्या इत्थों तक कि गुरु गोबिंद सिंह जी दी उम्र के बराबर उन्हां दे बेटे ने भाई नंद लाल वड्डे ने ना। इन्हां नूं चेटक अपनी सुपत्नी तो लगी सी। जिस दिन विआह होया पहली गल भाई नंद लाल साहब जी ने एक वैष्णव के भगत सन पिता जी शद्दू राम इन्हां नूं कंठी पान लगे तो इन्हां वैष्णव नूं कह दिता जिवें बाबा जी का नहीं जिन्हें वो बराबरता नहीं पर पूर्वला सी कर्म। इन्हां कह दिता मैनूं वो कंठी पायो जिहड़ी मरिया भी नहीं उतरती। उस वैष्णव ने एडा सियाणा सी उन्हें कहा मैं नहीं पा सकदा तेनूं कंठी पाण वाला मिलेगा जरूर पर इंतजार कर। जदों विआह होया इन्हां दी सुपत्नी गुरसिख परिवार विचों सी ते वो अमृत वेले जप दा पाठ जो नेम सी उस वेले
ਸੁਖਮਨੀ ਸਾਹਿਬ ਬਾਣੀ ਪੜ੍ਹਨੀ ਉਹਨੇ ਵਿਆਹ ਤੋਂ ਬਾਅਦ ਘਰ ਆਈ ਜਦੋਂ, ਸੱਸ ਸਹੁਰੇ ਨਾਲ ਨਹੀਂ, ਉਹਨੇ ਆਪਣੇ ਪਤੀ ਨਾਲ ਗੱਲ ਕੀਤੀ। ਕਹਿੰਦੀ ਏ ਮੈਂ ਆਪ ਜੀ ਦੇ ਚਰਨਾਂ ਦੀ ਦਾਸੀ ਬਣਦੀ ਸ਼ਬਦ ਵਰਤੇ, ਇੱਕ ਇਜਾਜ਼ਤ ਮੈਨੂੰ ਦੇ ਦਿਓਗੇ। ਭਾਈ ਸਾਹਿਬ ਸ਼ਾਇਰ ਨੇ, ਸ਼ਾਇਰ ਦਾ ਹਿਰਦਾ ਬੜਾ ਕੋਮਲ ਤੇ ਵਿਸ਼ਾਲ ਹੁੰਦਾ ਹੈ। ਕਹਿਣ ਲੱਗੇ ਦੱਸੋ। ਕਹਿੰਦੇ ਨੇ ਮੈਂ ਸਵਖਤੇ ਉੱਠ ਕੇ ਨਹਾ ਕੇ ਬਾਣੀ ਪੜ੍ਹਨੀ ਹੈ ਜਿਹੜੀ ਮੇਰੇ ਮਾਪਿਆਂ ਨੇ ਮੈਨੂੰ ਦਾਜ 'ਚ ਬਖਸ਼ੀ ਹੈ। ਉਹ ਹੱਸ ਕੇ ਕਹਿੰਦੇ ਤੁਸੀਂ ਪੜ੍ਹਿਆ ਕਰੋ, ਅਸੀਂ ਸੁਣਾ ਕਰਾਂਗੇ। ਯਾਦ ਰੱਖੋ, ਘਰ ਵਾਲੀ ਨੇ ਨਿਤਨੇਮ ਸ਼ੁਰੂ ਕੀਤਾ, ਬਾਣੀ ਦੀ ਚੇਟਕ ਘਰ ਵਾਲੀ ਤੋਂ ਲੱਗੀ। ਫਿਰ ਹਰਿਮੰਦਰ ਸਾਹਿਬ ਆਏ, ਗੁਰੂ ਜੀ ਦੇ ਦਰਸ਼ਨ ਕੀਤੇ। ਜਦੋਂ ਪੱਕਾ ਮਹਾਰਾਜ ਜੀ ਕੋਲ ਟਿਕ ਗਏ ਤੇ ਉਹਨਾਂ ਨੇ ਉਸ ਗੁਰੂ ਗੋਬਿੰਦ ਸਿੰਘ ਦੀ ਝਲਕ ਹਰ 'ਚ ਦੇਖੀ। ਇੱਥੋਂ ਤੱਕ ਇਹ ਸੁਣਿਓ, ਦੂਜਾ ਭਾਵ ਨਹੀਂ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰਮਾ। ਗਾਹੇ ਸੂਫੀ, ਕਿਤੇ ਸੂਫੀ ਬਣ ਕੇ ਤੂੰ ਸ਼ਰਾ ਤੋਂ ਮੁਕਤ ਹੋ ਗਿਆ, ਕਿਤੇ ਸ਼ਰਈ ਬਣ ਕੇ ਫਤਵੇ ਦੇ ਰਹੇ, ਕਿਤੇ ਮਸਤਾਨਾ ਬਣ ਕੇ ਪੈਰਾਂ 'ਚ ਘੁੰਗਰੂ ਪਾ ਰਹੇ। ਸੁਣਿਓ, ਪਰ ਉੱਥੇ ਉਹਨਾਂ ਨੇ ਇੱਕ ਨੂੰ ਅਨੇਕਤਾ ਵਿੱਚੋਂ ਝਲਕ ਦੇਖੀ। ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰਮਾ। ਮੇਰੇ ਛਲੀਏ ਸੱਜਣਾ, ਕਿੰਨਾ ਕਿੰਨਾ ਰੂਪਾਂ ਵੀ ਤੂੰ ਝਲਕਾ ਦੇਣਾ। ਹੁਣ ਫਿਰ ਸੁਣਿਓ, ਇਸ ਨੂੰ ਬਾਬਾ ਜੀ ਨੇ ਉਸ ਦਿਨ ਅਸੀਂ ਕਥਾ ਕੀਤੀ, ਸਹਿਜ ਤਬ ਨੈਣ ਨਨ ਨੈਣ ਹੈ ਤੋਹੇ ਕੋ। ਪਰ ਜਦੋਂ ਇੱਕ ਦੀ ਗੱਲ ਚੱਲੀ, ਇਹ ਫੁਟਕਲ ਸ਼ੇਰ ਹੈ, ਇਹ ਗਜ਼ਲ 'ਚ ਨਹੀਂ, ਨਾ ਰੁਬਾਈ ਹੈ। ਇਸ ਵਿੱਚ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਹਵਾ ਬੜੀ ਤੇਜ਼ ਚੱਲੇ ਤੇ ਜ਼ਮੀਨ ਤੋਂ ਮਿੱਟੀ ਉੱਡੇ ਪਈ, ਤੇ ਉੱਡਦੀ ਹਵਾ ਨੂੰ ਦੇਖ ਕੇ ਕਹਿੰਦੇ ਆ ਹਵਾ, ਸ਼ਾਇਰ ਨੇ, ਜਦੋਂ ਤੂੰ ਤੇਜ਼ ਚੱਲਣੀ ਹੈ ਤੇ ਜ਼ਮੀਨ ਤੇ ਪਈ ਕੋਈ ਮਿੱਟੀ ਵੀ ਪੱਟ ਕੇ ਲੈ ਜਾਣੀ ਹੈ। ਇੱਕ ਕੰਮ ਕਰੀ, ਮੇਰੀ ਜਦੋਂ ਮੌਤ ਹੋਏ ਮੇਰੇ ਸਰੀਰ ਦੀ ਰਾਖ ਬਣੇ, ਮੇਰੀ ਰਾਖ ਕੋਲੋਂ ਇੰਨੀ ਤੇਜ਼ੀ ਨਾਲ ਨਾ ਚੱਲੀ ਕਿ ਮੇਰੀ ਬੋਡੀ ਦੀ ਰਾਖ ਚੁੱਕ ਕੇ ਕਿਸੇ ਦੂਜੇ ਦੇ ਬੂਹੇ ਤੇ ਨਾ ਸੱਟੀ, ਨਹੀਂ ਤਾਂ ਲੋਕੀ ਕਹਿਣਗੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਣ ਵਾਲਾ, ਇਹਦੀ ਮੜੀਆਂ ਦੀ ਰਾਖ ਲੋਕਾਂ ਦੇ ਬੂਹਿਆਂ ਤੇ ਰੁਲਦੀ ਪਈ ਹੈ। ਸਿਰਫ ਇਹ ਸ਼ੇਰ ਹੈ, ਮਬਰ ਐ ਬਾਦ ਖਾਕਮ, ਮਬਰ ਐ ਬਾਦ ਖਾਕਮ, ਬਾਦ ਦਾ ਅਰਥ ਹਵਾ, ਖਾਕਮ ਦਾ ਅਰਥ ਮੇਰੀ ਖਾਕ, ਮੇਰੀ ਮਿੱਟੀ ਬੋਡੀ ਦੀ। ਮਬਰ ਐ ਬਾਦ ਖਾਕਮ ਅਜ਼ ਦਰ ਦੋਸਤ, ਮੇਰੇ ਦੋਸਤ ਦੇ ਬੂਹੇ ਤੋਂ ਨਾ ਚੁੱਕੀ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਦੇ ਘਰ ਤੋਂ ਮੈਨੂੰ ਚੁੱਕੀ ਨਾ। ਇਹ ਸ਼ਾਇਰ ਦਾ ਖਿਆਲ ਹੈ। ਮਬਰ ਐ ਬਾਦ ਖਾਕਮ ਅਜ਼ ਦਰ ਦੋਸਤ ਦੁਸ਼ਮਨਮ, ਈਰਖਾ ਜਿਹੜੇ ਮੇਰੇ ਨਾਲ ਕਰਦੇ ਨੇ, ਦੁਸ਼ਮਨਮ ਦਾ ਅਰਥ ਹੈ ਮੇਰੇ ਦੁਸ਼ਮਨ। ਸਰਜਨਦ, ਸਰਜਨਦ ਸਰ, ਜਨਦ ਸਰ ਦਾ ਅਰਥ ਸਿਰ, ਇਹ ਨਹੀਂ ਤਾਂ ਮੇਰੇ ਮੜੀ ਨੂੰ ਵੇਖ ਕੇ ਸਿਰ ਫੇਰਨਗੇ। ਦੁਸ਼ਮਨਮ ਸਰਜਨਦ ਕੇ ਖਰਜਾਈ ਈਸਤ, ਸਿਰ ਫੇਰ ਕੇ ਕਹਿਣਗੇ ਉਹ ਇਹਦੀਆਂ ਗੱਲਾਂ ਕੀ ਸੁਣਦੇ ਰਹੇ ਹੋ, ਇਹ ਤਾਂ ਥਾਂ ਥਾਂ ਤੇ ਝੁਕਿਆ ਹੈ। ਉਸ ਵਕਤ ਇਹਦਾ ਪੰਜਾਬੀ ਤਰਜਮਾ ਕੀਤਾ ਸਾਡੇ ਵਿਦਵਾਨ ਨੇ ਕਿ ਗੁਰੂ ਦਰੋਂ ਨਾ ਚੁੱਕ ਲਿਜਾਵੀਂ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਥਾਂ ਥਾਂ ਨਿਹੋ ਲਗਾਏ। ਦੂਜੀ ਛੋੜ ਕੁਆਟੜੀ, ਇੱਕ ਸਿਉ ਚਿੱਤ ਲਾਏ, ਇੱਕ ਨਾਲ ਚਿੱਤ ਲਾਏ ਦਾ। ਹੁਣ ਇੱਕ ਹੁੰਦਾ ਕਹਿਣਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਇਹ ਵੀ ਸਾਡੇ ਕਹਿੰਦੇ ਐ ਜਿਉਂ ਲੈਕਚਰ ਸ਼ੁਰੂ ਕਰਨਗੇ। ਜਿਹੜੇ ਬੰਦੇ ਨੇ ਕਦੀ ਪਾਠ ਵੀ ਨਹੀਂ, ਉਹ ਵੀ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਣ ਦਾ ਅਰਥ ਮੱਥਾ ਟੇਕਣਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਹਨੇ ਪੜ੍ਹਿਆ, ਜਿਹਨੇ ਸੁਣਿਆ ਤੇ ਸੁਣ ਕੇ ਅਮਲੀ ਜੀਵਨ 'ਚ ਲੈ ਆਂਦਾ, ਬਸ ਉਹ ਹੀ ਕਹੇਗਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ। ਬਾਕੀ ਤੇ ਇਮੋਸ਼ਨ ਕਰਨ ਵਾਸਤੇ ਸ਼ਬਦਾਵਲੀ। ਗੁਰੂ ਸਾਹਿਬ ਕਹਿੰਦੇ ਆ ਇੱਕ ਪਰਮਾਤਮਾ ਦੀ ਜੇ ਉਹਦੇ ਨਾਲ ਜੁੜਨਾ ਹੈ, ਵੱਧ ਤੋਂ ਵੱਧ ਸਿਮਰਨ, ਗੱਲਾਂ ਨਾਲ ਨਹੀਂ। ਜਿੰਨਾ ਸਿਮਰਨ ਕਰਾਂਗੇ, ਜਿੰਨਾ ਜ਼ਿਆਦਾ ਮੂਲ ਮੰਤਰ ਦਾ ਪਾਠ ਕਰਾਂਗੇ, ਜਿੰਨੀ ਬਾਣੀ ਦਾ ਪਾਠ ਕਰਾਂਗੇ, ਆਪ ਜੀ ਖੁਦ ਬਖੁਦ ਮਹਿਸੂਸ ਕਰਨ ਲੱਗ ਪਾਓਗੇ ਕਿ ਉਹ ਇੱਕ ਦਾ ਹਿਰਦੇ ਵਿੱਚ ਨਿਵਾਸ ਹੋ ਜਾਏਗਾ। ਤੇ ਜਿਹੜਾ ਸਿਮਰਨ ਕਰਨ ਵਾਲਾ ਹੈ ਨਾ, ਉਹਨੂੰ ਫਿਰ ਚੋਖੀਆਂ ਕਥਾ ਦੀ ਵੀ ਲੋੜ ਕੋਈ ਨਹੀਂ। ਉਹ ਸੱਚੀ ਮੁੱਚੀ ਸਿਮਰਨ ਹੀ ਦੱਸ ਦਿੰਦਾ ਜ਼ਿੰਦਗੀ ਦਾ ਰਾਹ ਕੀ ਹੈ। ਪ੍ਰਭ ਕੈ ਸਿਮਰਨ ਸਭ ਕੀ ਸੁਝੈ, ਸਭ ਕੀ ਸੁਝੈ ਦਾ ਅਰਥ ਉਹ ਕੋਈ ਸਮਝ ਪੈਂਦੀ ਜਿਹੜੀ ਕਿਤਾਬਾਂ 'ਚੋਂ ਨਹੀਂ ਪੈਂਦੀ। ਜਿਉਂ ਉਹਦਾ ਸਿਮਰਨ ਕਰਾਂਗੇ। ਇੱਥੇ ਮਹਾਰਾਜ ਜੀ ਨੇ ਅੱਜ ਪਹਿਲਾ ਸ਼ਬਦ ਵਰਤਿਆ ਜੀ ਕਿ ਦੂਜੀ ਛੋੜ ਕੁਆਟੜੀ, ਪਗਡੰਡੀਆਂ ਛੱਡਦੇ ਹੋਏ ਐਵੇਂ ਛੱਪੜਾਂ ਤੇ ਨਹਾਈ ਫਿਰਨਾ,
कबीर साहब ने एक बचन किया है, कबीर थोड़ा जल माछरी झीवर मेलियो जाल, ये टोग ने ना छूट सै फिर कर समुंद संभाल। ये झीवर समझते आप झोर मच्छियां फड़न जाते सन, तो निक्का जिहा टोग ने दर ते छप्पड़, छोटा जिहा छप्पड़ होना, तो वह छप्पड़ विच मच्छियां पकड़ जाता सी जाल ला के। तो मेरा ख्याल है साडे चों कई बैठे होने जिहड़े छप्पड़ च नहांदे भी रहे ना जी, उदों छप्पड़ च नहांदे सां, बीमार भी नहीं सा हुंदे। हुण इन्ने हुण हीट भी लाने कूलर भी, फिर ही डॉक्टर कोल तुरे रहने। छप्पड़ां च नहाण वाले नूं बीमारी नहीं सी लगदी। ते मैनूं पता जदों कि चोखे फोड़े हुंदे सन ते कहिंदे सन जोक लाओ ते लाओ गंदा खून चूस लैगी। हुण टोग ने छप्पड़, इहनूं बंगाल च पोखर कहिंदे आ। पोखर पोखर हुंदा जिहड़ा, पोखर बंगाल च कहिंदे आ। जिवें आपां विआह कर लगे पुछने आ ना जी भी इहदा काम की है, इहदा बिजनेस की है, ते बंगाली लोग अजे भी जदों विआह करदे आ वो पुछदे इन्हां दे घर नेड़े पोखर हैगा कि नहीं। जिवें इत्थे घरां च झील नहीं लगदी कई घरां नूं, ते असल च पोखर शब्द वरतदे आ। बाबा जी कहिंदे आ मच्छीए छप्पड़ दा पानी, सरोवर दा पानी मिठा बड़ा ही, पर इन्हें बचाना कोई नहीं। क्यों? कहन लगे ये कुंडी आपां कहांगे समुंदर चों भी फड़ियां जांदियां, पर एक पक्ष लेना है, समुंदर का कोई थां थोड़ा है, सरोवर का तो थां है। सरोवर सुक भी सकता है, इहदा ये अर्थ लेना है कि छप्पड़ सुक जाएगा, तड़फ के मरेंगी, ये बंदा विच वड़ के भी पकड़ लूगा, पर समुंदर विच भी वड़ेगा, पर तेरे च ताकत होनी चाहिए, जिन्नी मर्जी डूंगी डुब जाई, उहदा थां कोई नहीं। ਇਹਦਾ मतलब दूजी कवाटड़ी जिहड़ी है ये सरोवर का पानी आ, ये छप्पड़ ही। वाहिगुरू ये सरोवर के अर्थ किते अमृतसर ना करी जाओ भी भाई साहब सरोवरां नूं छप्पड़ कह के, मैनूं पता है ना अजकल जिथों मर्जी कट के जिवें मर्जी बना दिओ। ਇਹਦਾ मतलब ये वे भी छप्पड़ जिहड़ा है ਉਹਦੀ असीम नहीं, ਉਹਦੀ सीमा है। ਇਹਦਾ मतलब जिहड़ी दूजी कवाटड़ी है ये बड़ा चंगा लगदा है। बाबा जी कहंदे ने कबीर थोड़ा जल माछली झीवर मेलिओ जाल, ये टोग ने ना छूट सै फिर कर समुंद संभाल। अगे कहते ने कबीर समुंद ना छोड़िए, एक सुचित है तो खारा ना, भगती कोई खाला जी का वाड़ा है जी, अलूणी सिल है। भगती मर्द करते होंगे आ, कमज़ोर बंदियां दा काम नहीं भगती करना। कमज़ोर भगती का मजाक उड़ाते आ। बाबा जी ने कहा जा घाल मर्दी घाली, मर्द घाल घालते आ। सिल जोग अलूणी चटिए भगत करे मरजीवड़े। सूर में महाराज कहते ने कि सूरमा भगती करदा है, जाको हर रंग लागो इस युग में सो कहियत है। सूरमिया नूं रंग लगता है जी। कर्म खंड की बाणी जोर तिता है, होर ना कोई होर तिथा है, जोध महाबलसूर। कहते ये टोग न छूट सा फिर कर समुंद संभाल, कबीर समुंद न छोड़िए जो अत खारो होए। मिठा कोई नहीं खाया, बड़ा लूना पर बड़ा विशाल ही। कबीर समुंद न छोड़िए जो अत खारो होए, पोखर पोखर ढूंढते भलो ना कहे कोई। छप्पड़ा नूं लभेगा दूजी कवाटड़ी है। महाराज कहते दूजी छोड़ कवाटड़ी, एक स्यो चित लाए, एक नाल अपने आप नूं जोड़ लै, दूजा भावी एक नूं छड्ड के जे दूजा उहदे बराबर बनाएगा मर जाएगा। बड़े लोग रुड़ गए ने। दूजा भावी, भावी दा अर्थ है प्यार, दूजे दे प्यार विच। दूजा भावी नानका वाहन वाहन लुड़ंदड़ी जाए। ये दूजा भाव लोकां नूं रोड़ के लै गया ही, कोई नहीं बचे, किनारे नहीं लगे, रोड़ के लै गया। दूजा भावी नानका वहन लुड़ंदड़ी जाए। ਇਹਦੇ ਵਿੱਚ ਇਸੇ ਕਰਕੇ ਬਾਬਾ ਜੀ ਨੇ ਕਿਹਾ ਭਾਦਵੇਂ ਭਰਨ ਭੁਲਾਣੀਆਂ, ਦੂਜਾ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਛੱਡ ਕੜੋਤੇ ਖਿਣੈ ਮਾਹੇ ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੈ ਸਿਆਉ ਹੋਵਾ ਛੇਤ। ਇਹਦੇ ਵਿੱਚ ਇੱਕ ਬਚਨ ਆਉਂਦਾ, ਸੇ ਭਾਦਵੇਂ ਨਰਕ ਨਾ ਪਾਈਆਂ ਗੁਰ ਰੱਖਣ ਵਾਲਾ ਹੇਤ। ਜੇ ਇੱਕ ਨਾਲ ਜੁੜੇਗਾ ਦੂਜੀ ਛੋਟ ਕਵਾਟੜੀ, ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਇੱਕ ਸਵਈਏ 'ਚ ਸਾਰਾ ਕਹਿ ਦਿੱਤਾ ਵੀ ਇਕਸ ਕੀ ਹੈ ਤੇ ਕਵਾਟੜੀ ਕੀ ਹੈ। ਜਾਗਤ ਜੋਤ ਜਪੈ ਨਿਸਬਾਸੁਰ,
एक बिना मन नैक न आनै, पूर्ण प्रेम प्रतीत सजै, व्रत गोर मड़ी मठ, दूजी छोड़ कुआटड़ी, व्रत गोर मड़ी मठ भूल ना मानै, तीर्थ दान दया तब संयम, एक बिना न एक पछानै। फिर की होया जी, पूर्ण जोत जगै घट मैं। दो तुकां च कुआटड़ी है, पूर्ण जोत जगह घट मैं, तब खालस ताहें निखालस जाने। अगला बचन महाराज जी ने किया जी, ते हटड़े बाजार, अर्ज मैं की सी, ते हटड़े तीन खट्टियां सुरग मच प्याले। मैं थोड़ी जी गल नूं फिर रिपीट कर दियां कि गुरु ग्रंथ साहिब विच इस्लामिक शब्दावली वरती गई है, सनातन मत की शब्दावली वरती है, पर इनू बहस विच ले जाण दी थां इहदे अर्थ करने समझिए। हुण साडे जी एक धड़ा कहंदा 84 लाख जून कोई नहीं जे, दूजा कहंदा सिद्ध कर है वे। याद रखियो गुरु जी ने शब्द लिया पर मन्ने कि 184 जून सबाई असी पढ़ने, पर उंज मैं तुहानूं बेनती करांगा, असल च पता नहीं किन्नियां कु जूना ने जिहदा पारावारी कोई नहीं। ज्ञान खंड आ ही है ना, धर्म खंड का एगो धर्म ज्ञान खंड का, आखो कर्म केते पवन पानी, वह संतर केते कान महेश केते, बरमे घाड़त करी। मैं कान महेश क्या हुण मैं शब्द वरत्या तीन देवते, गुरु नानक साहब ने कहा बिल्कुल गलत, तीन नहीं पता नहीं किन्ने कुछ शिवजीओ ने पैदा किए। हुण आपां इत्थे रस्सा खिंची जाइए, एक ने जे केते ने, असल च गल कुछ होर है, अंदरों लड़ाई कुछ होर हुंदी है। वो शब्द एक फड़ के कहने मौका मिल गया सिंह पसान का। मैं फिर बेनती करांगा, एक शिव भय एक गए एक फिर पै, रामचंद्र कृष्ण के अवतार भी अनेक है, गुरु गोबिंद सिंह कहते। हुण उस विश्व जिहड़ी असीमता है उन्होंने गुरु साहब ने कहा, केते इंद चंद सूर केते, केते मंडल देश केते, सिद्ध बुद्ध नाथ केते। 84 नाथ नहीं पता नहीं किन्ने को ने, किन्ने सिद्ध ने, केते सिद्ध बुद्ध नाथ केते, केते देवी वेश, ये पता नहीं किनू क्यों ने। उस विच चार दी थां ते क्या, केतियां खाणी केतियां बाणी केते पात, नरिंद केतियां सुरती सेवक केते, नानक अंत ना अंत। उसकी बनाई रचना का अंत कोई पा सकता? गुरमुखो सोहला साहब च एक पाठ कर दिओ तुसीं, पहला शब्द ये जे कही। अज भी दोपहर च मैं क्या सी कथा च, जो बाबा जी ने कहा ना भी वाही कर लो, बाबा जी ने सब कुछ किया, तो जो बाबा जी ने शब्द वरते मैं रिपीट कर लगा कि पिता जी कहते हैं कुछ कर तो सही, की करेगा काम की करेगा। महाराज कहते मैं अपने साहब को सौंप दिता है सब कुछ। पिता जी कहते दिखा तेरा साहब कित्थे वे। जन्म साखी वाला कहता तब बाबा बोलिया, सुन वड्डा आखै सब कोए, केवड़ वड्डा ढीठा होए, कीमत पाए ना कहा जाए, कहने वाले तेरे रह समाए, वड्डे मेरे साहिबा गैर गंभीरा गुणी गहीरा। अगे की है, कोई ना जाने तेरा केता केवड़ चीरा। तेरे पसारे का कोई अंत पा सकता? हुण सोहला साहब च एक बचन हुंदा, तेरा दाने कीमत ना पवे, तेरे दिते दान की कीमत नहीं, तिस दाते कवन शुमार। शुमार दर ते गिनती, तेरे दित्तियां की गिनती नहीं हुंदी, देण वालिया तेरी गिनती की कर सकेगा। उसकी रचना बेअंत है जी, ओढ़ख है। पर यह जिहड़ा तेहटड़े शब्द आया, 14 भवन का जिक्र आउंदा है। उस दिन मैं बेनती की सी, 2 दीवे 14 हट नाले, अज आया तिहटड़े तिहटड़े। ये शब्द कहणगे भी उदम तुसीं 14 क्या बाबा जी ने, अज तिहटड़े कह दिता 3। हिंदू कहंदा सुरग मछ प्याले, मुसलमान कहंदा 14 तबक। बाबा जी कहते मैं शब्दावली तुहाडे दोनों की वरत लेना, क्योंकि तिहाटड़े वाले वास्ते 3 ते संसार मुक जाता है, तो 14 वाले वास्ते 14, पर मतलब ये जे समुचा संसार। ये बाबा जी ने बगदाद जो क्या ना, ये दस्तगीर नाल प्रश्न उत्तर होया, वो कहता पाताला आकाल आकाश लख, ओढ़क भाली खबर सुनाई। आख कितों ओढ़क की गल दस दी, तुसीं लख कह दिता, 7 ने। बाबा जी हस के कहते आपो अपनी नज़र है, कईयां 7 कदम दिसते हैं, कईयां 1,00,000 कदम दिसते हैं। जिन्ना किसी को दसिया उन्होंने को कह दिता, मैं तेनों लख कहा पर लखां तो अगे भी है, वह थां कोई नहीं। इस करके जिहड़ा तिहाटड़े है, भावें गिनती की सीमा विच 3, इहदा अर्थ है समुचा संसार।
सारा संसार एक बाजार है। असी सारे व्यापारी हैं। तिहटड़े बाजार सौदा करन वणजारिया, सौदा करन आया। मैं भी कर रहा, तुसी भी कर रहे हो। पर उसने एक बख्शिश की, उन्हें एक पूंजी दी सौदा करने लई। वो पैसे नहीं, पैसों की पूंजी थोड़ा है। एक दिन मैं हसिया सा, वो इंडिया च एक बंदा एक दिन बोल रहा सी, वो कहता भी प्राइम मिनिस्टर वर्गा तो संत ही कोई नहीं, सारे कहते सन नोट कागज जे कागज जे, कहते रातों रात ही सारे कागज करके रख देते। की वैल्यू जो उन्होंने अखरां दी। मैं सोचना बंदे दे बनाए ना, बंदे ने मोहर ला दी आ, लाल काले पीले बना दिते। रब की घरचे की की कीमत है जी? बिल्कुल नहीं। असी जे भेटा रखने यदा मतलब तेरे दिते तो शुक्र करने पे हाँ। उंज कंचन स्यो पाइया नहीं तोल, मन दे राम लिया है मोल। मेरी प्रीत गोबिंद स्यों जिन घटै, मैं तो मोल महंगी लई जी सटै। पैसे नाल नहीं। समण जो उस प्रेम की दम को होती साठ, रावण होते सो रंक न जिन सिर देने काठ। एक कदी जेन च नहीं लिया। मैं $1,000,000 दे दिता, चेते रखी तेरा मिलियन, ते शरदा वाली दी एक पैनी भी बराबर अर्थ रख जाती है। वो तो भावना है। भावनी भगत पाए कौडी अगर भाग रख है। भावना लिए कौडी कौडियां पहला खर्चे च आउंदियां सन। मैं बेनती करांगा, असी सारे बन जा रहे हैं ते वथ जे गुरु ग्रंथ साहिब कोल, गुरु कहंदा पूंजी लिया तेनू कर देना। महाराज पैसे लियावां? कह लगे नहीं, जिहड़ी रब ने दित्ती वो लिया। की जी? कह लगे सवास खर्च, जिन्ने खर्चेगा उन्ना तेरे अंदर नाम की वथ पा देंगा। सवास भी पूंजी ने। उंज महाराज ने यह भी शब्द वरत्या, हर रास मेरी मन वणजारा, तिहटड़े बाजार सौदा करन वणजारिया। हर रास मेरी, आनंद साहब की पौड़ी, हर रास मेरी मन वणजारा, हर रास मेरी मन वणजारा, सतगुर ते रास जानी, हर हर नित जपो जियो। जपियो हर हर नित जपियो जियो, लाह खटियो दिहाड़ी। जिमें कहते अज मैं दिहाड़ी ला के आ गया। कह लगे जदों दिहाड़ी बाहर लाना है उदों सवासां नाल बंदगी शुरू कर दे, भी दिहाड़ी लग जाएगी नाल। लाह खटियो दिहाड़ी, ये धन तिन्ना मिलिया जिन हर आपे भाना। कह नानक हर रास मेरी मन होवा वणजारा। किन्हीं बन जिया कांसी तांबा, किन्हीं की लौंग सुपारी, संतो बन जिया नाम गोबिंद का, ऐसी खेप हमारी। हर के नाम के व्यापारी, हीरा हाथ चढ़िया निर्मोलक छूट गई संसारी। कित्थों चढ़िया जी? हट मजाऊं मैं मानक लद्दा, तिहटड़े बाजार मेरी बॉडी च हीरा आ गया। हट मजाऊं मैं मानक लद्दा, मुल ना किदा मैं को सतगुर दिता, ढूंढ वजाई थिया तिता, जन्म पदार्थ नानक जिता। तिहटड़े बाजार सौदा करन वणजारिया व्यापारी। ते उस दिन असां थोड़ा जिहा एक प्रमाण लिया सी। इतिहास विच किते भगत रविदास साहब दे गड्डे नहीं सन जी। इतिहास कहंदा चमड़े दी जुत्तियां गंढदे सन। पाणा गंढै राह विच कुला धर्म टोए ढोर समेटा। भाई साहब कहंदे गुरदास जी राह च बूठा है, लोकां दियां जुत्तियां गंढदा है। पर रविदास साहब नूं पुछो, वो कहंदा मेरे ते गड्डे चलदे आ। पहलां गड्डे चलदे सन जी, टांडे, फिर ट्रक आ गए, इस तरह शब्द आ गया। उत्थे शब्द वरतदे ने घट अवकट डूगर घना, बड़ा उबड़ खुबड़ रस्ता है ते मेरा गड्डा भरिया पिया ते रब्बा हुण मेहर करी, बैल बड़ा कमज़ोर ही, इस बैल नूं तूं सिरे ला दी। बड़ी निमरता वाला बोल है जी। गड्डा तेरे नाम नाल भरिया गया है, पर मन का कोई पता नहीं। किरपा करी जपदियां भी किते हौमे च तिलक ना जाए, इस कमज़ोर बलद की राखी तूं करनी है। घट अवकट डूगर घना, एक निरुगुल बैल हमार, रमैये सो एक बेनती मेरी पूंजी रख ली। हूँ कमज़ोर हाँ मैं, बलद कमज़ोर है, बह जाए तो उठदा कोई नहीं, जे जिद कर लग पे खलो जे तो चलदा कोई नहीं। पता जिहड़ा जिद करदा सी बैल बंदे दी बस करा दे, पुरानियां मारी जो उठदा ही नहीं सी। कहते बड़ा निर्गुण बैल हमार, रमैये सो एक बेनती मेरी पूंजी राख मुरार, को बन जारो राम को
महाराज कहते आ फिर कला ना तुर, कला गड्ढा ले जाएगा, इकला खो लैणगे राह च डाकू। तू किसी गुरमुख जपण वाले की संगत करया कर, दोनों के गड्ढे बज जाएंगे। को बनजारो राम को मेरा टांडा, टांडा दा अर्थ गड्ढा है जी, मेरा टांडा लाद्या जाए रे, हूँ बनजारो राम को। महाराज कहते मैं व्यापारी हाँ, मेरा टांडा लद्या होया है, सहज करूँ व्यापार, मैं राम नाम धन लाद्या बिख लादी सार। बिख लादी संसार उर्वार पार के दानिया, लिख लेवो आल पताल, मोहे जम डंड न लगी तजी ले सर्ब जंजाल। कमाल, जिन्ने संसार दे काम करना, जमदूत कहता तेनू टैक्स लगेगा। कर्म धर्म जो कर्म धर्म पाखंड जो दिसै, तेन जम जागाती लूटै। जिन्ना मैं बाहर दे कर्म करना ਉਹਦੇ ਤੇ टैक्स लगता है। कहन लगे सिमरन वाली पूंजी है, तू जिथों लंघना उत्थे टैक्सां वालियां दे भी अड्डे चुके जाते हैं। मैं राम नाम तम लाद्या बिख लादी संसार, उर्वार पार के दानिया, लिख लियो आल पताल, मोहे जम डंड न लगी तजी ले सर्व जंजाल। सच एवे सौदा कर दिया नाम दा बंदगी दा, ते हटड़े बाजार सौदा करन वणजारिया। महाराज कहते सच वखर जिनी लद्या, जिन्हों ने अपने शरीर गड्ढे ते समय ते सवासां ते सच नाम की पूंजी लद ली, वाहिगुरू नाम लद लिया। सच वखर जिन लद्या से सचड़े पासार, उन्हां दे पसारे भी सच्चे हो गए। मतलब जो करते रहे, सेवा की, सिमरन किया, इनू सुनियो। व्यापारी व्यापार करता जी, वो इस इत्थे इत्थे भी मेरी एक दुकान खुल गई, उत्थे भी असी खोलिया, उत्थे भी खोलिया, पसारा है ना। जिदन मरदा है सब कुछ खत्म। गुरु साहब कहते बंदगी करने वालिया, तो जिन्ना जिन्ना थावां ते बह के गुरु गुरु जपेगा, तेरा पसारा भी सच हो ही जाएगा। जिथे बैसन साध जन सो थान सुहांदा, जिन्हां ने सच की पूंजी लद्दी। इसे विचार नूं कल अगे आपां यतन करांगे अगले श्लोक नाल जोड़ के। शब्द दा बहुत बहुत धन्नवाद जी। गुरमुख